सीस सुहावा चरनी मुख सुहावा जां ताऊ जस गावै जियो पाया ताऊ शरनी वाहे गुरु वाहे गुरु जीवन पद भी
पाई। अब मोहि जीवन पदवी पाई। शीत आयो मन गोरख बेदाता। शीत आयो मन गोरख बेदाता। संतन की शरणाई। संतन की शरणाई। ताव मोहे जीवन पदवी पाई। अब मोहे जीवन पदवी पाई। काम क्रोध लोभ मोह निवारे। काम क्रोध लोभ मोह निवारे। देवरे सगल बैराई। देवरी सगल बैराई। पद हजूर हाजर है नाजर। पद हजूर हाजर है नाजर। कहे न पायो दोराई। कपे न पयो पुराई। पाव मोहे जीवन पदवी पाई। अब मोहि जीवन पदवी पाई। सुख शीतल शारदा साव पूरी। सुख शीतल शारदा सब पूरी। होए संत सहाई। कोई संत सहाई। पावन पात किए खेन पीतर। पावन पात किए तिन पीतर। माँ कथन न जाई। कथन न जाई। आव मोहे जीवन पदवी पाई। अब मोहि जीवन पदवी पाई। मेरे पाओ पाए सगल पै खोए। मेरे पाँव पे सकल पे खोए। गोविंद चरण ओटाई। गोविंद चरण ओटाई। नानक जस गावे ठाकुर का। नानक जस गावे ठाकुर का। नैन सले बलाई। अब मोहे जी
पदवी पाई। अब मोरे जीवन पदवी पाई। जीवायो मान और खबेदाता। गीत आयो मन और खबेदाता। संतन की शरणाई। अंतन की शरणाई। अब मोहे जीवन पदवी पाई। अब मोरे जीवन पदवी पाई। ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਪਿਆਰੀ ਸਾਧ ਸੰਗਤ ਜੀ, ਵਡਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ, ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਹੁਣੇ ਹੀ ਆਪ ਜੀ ਨੇ ਕਵੀਸ਼ਰੀ ਜਥੇ ਵਾਲੇ ਵੀਰਾਂ ਕੋਲੋਂ ਗੁਰ ਇਤਿਹਾਸ ਗੁਰਬਾਣੀ ਵਿਚਾਰ ਸੁਣਿਆ। ਸੋ ਜਿੰਨਾ ਵੀ ਸਮਾਂ ਆਪਾਂ ਹੋਰ ਬੈਠਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੂਰਾ ਧਿਆਨ ਲਾ ਕੇ ਗੁਰਬਾਣੀ ਦੀ ਵਿਚਾਰ ਨੂੰ ਸੁਣਨਾ ਹੈ। ਮਾਰੂ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਆਪਾਂ ਨੇ ਗਾਇਨ ਕੀਤਾ ਹੈ। ਹੁਣ ਆਪਾਂ ਇੱਕ ਇੱਕ ਪੰਕਤੀ ਪੜ੍ਹ ਕੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਭੂਮਿਕਾ ਦੇ ਤੌਰ ਤੇ ਕੁਝ ਵਿਚਾਰ ਕਹਿ ਦੇਵਾਂ। ਗੁਰਬਾਣੀ ਨੂੰ ਧਿਆਨ ਲਾ ਕੇ ਸੁਣਨਾ ਹੀ ਗੁਰੂ ਜੀ ਦਾ ਦਰਸ਼ਨ ਹੈ, ਕਿਉਂਕਿ ਗੁਰੂ ਵੇਖਣ ਦਾ ਵਿਸ਼ਾ ਨਹੀਂ, ਗੁਰੂ ਸੁਣਨ ਦਾ ਵਿਸ਼ਾ ਹੈ। ਇਸ ਕਰਕੇ ਧਰਮ ਜਗਤ ਦੇ ਵਿੱਚ ਧਿਆਨ ਲਾ ਕੇ ਸੁਣਨਾ ਹੀ ਗੁਰੂ ਦਾ ਦਰਸ਼ਨ ਮੰਨਿਆ। ਧਰਮ ਜਗਤ ਦੇ ਵਿੱਚ ਦਰਸ਼ਨ ਦਾ ਕੀ ਅਰਥ ਹੈ? ਗੁਰ ਉਪਦੇਸ਼ ਨੂੰ ਧਿਆਨ ਲਾ ਕੇ ਸੁਣਨਾ। ਇਹਨਾਂ ਅੱਖਾਂ ਦੇ ਨਾਲ ਮੂੰਹ ਮੱਥਾ ਵੇਖਣ ਨੂੰ ਧਰਮ ਜਗਤ ਵਿੱਚ ਦਰਸ਼ਨ ਨਹੀਂ ਮੰਨਿਆ, ਕਿਉਂਕਿ ਅੱਖਾਂ ਤਾਂ ਮੂੰਹ ਮੱਥਾ ਵੇਖ ਸਕਦੀਆਂ, ਚਿਹਰਾ ਦੇਖ ਸਕਦੀਆਂ ਕਹਿ ਲਓ। ਅੱਖਾਂ ਨਾਲ ਮੂੰਹ ਮੱਥਾ ਵੇਖਣਾ ਦਰਸ਼ਨ ਨਹੀਂ, ਧਿਆਨ ਲਾ ਕੇ ਸੁਣਨਾ ਦਰਸ਼ਨ ਹੈ। ਗੁਰਬਾਣੀ ਪ੍ਰਮਾਣ ਸਤਿਗੁਰ ਨੋ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰਹਿ ਵਿਚਾਰ। ਇਹਨਾਂ ਬਾਹਰਲੀਆਂ ਅੱਖਾਂ ਦੇ ਨਾਲ ਤਾਂ ਜਿੰਨਾ ਵੀ ਜਗਤ ਹੈ, ਜਿੰਨਾ ਵੀ ਸੰਸਾਰ ਹੈ, ਸਭ ਕੋਈ ਵੇਖ ਲੈਂਦਾ। ਸਤਿਗੁਰ ਨੋ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵਈ। ਡਿਠੇ ਦਾ ਭਾਵ ਇਹਨਾਂ ਅੱਖਾਂ ਦੇ ਨਾਲ ਮੂੰਹ ਮੱਥਾ ਵੇਖ ਕੇ ਮੁਕਤੀ ਨਹੀਂ ਮਿਲ ਜਾਂਦੀ, ਜਿਚਰ ਜਿੰਨੀ ਦੇਰ ਸ਼ਬਦ ਨਾ ਕਰੀ ਵਿਚਾਰ। ਜਿੰਨੀ ਦੇਰ ਅਸੀਂ ਗੁਰੂ ਦੇ ਉਪਦੇਸ਼ ਦੀ ਵਿਚਾਰ ਨਹੀਂ ਕਰਦੇ, ਓਨੀ ਦੇਰ ਦਰਸ਼ਨ ਨਹੀਂ ਹੋਇਆ। ਸੋ ਗੁਰਬਾਣੀ ਦੀ ਵਿਚਾਰ ਹੀ ਦਰਸ਼ਨ ਹੈ, ਸਿੱਧ ਹੋ ਗਿਆ। ਬਾਣੀ ਤੋਂ ਇੱਕ ਹੋਰ ਲੈ ਲਓ ਪ੍ਰਮਾਣ ਵੀ ਜੇ ਅਸੀਂ ਸੁਣ ਕੇ ਦਰਸ਼ਨ ਕਰੀਏ ਗੁਰੂ ਦਾ, ਗੁਰੂ ਨਾਨਕ ਜਿਨ ਸੁਣਿਆ ਵੇਖਿਆ। ਜਿਨ੍ਹਾਂ ਨੇ ਗੁਰੂ ਨੂੰ ਸੁਣ ਲਿਆ ਉਹਨਾਂ ਨੇ ਗੁਰੂ ਦਾ ਦਰਸ਼ਨ ਕਰ ਲਿਆ। ਸੁਣਿਆ ਵੇਖਿਆ ਦਾ ਕੀ ਅਰਥ ਹੁੰਦਾ ਜੀ? ਸੁਣ ਕੇ ਦਰਸ਼ਨ ਕਰਨਾ। ਜਿਹਨੇ ਸੁਣ ਲਿਆ ਉਹਨੇ ਮਨੋਂ ਦਰਸ਼ਨ ਕਰ ਲਿਆ।
ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਭਰਿਆ ਰੇ। ਤੇ ਦਰਸ਼ਨ ਦਾ ਫਲ ਕੀ ਮਿਲਦਾ? ਹੁਣ ਦਰਸ਼ਨ ਕੀ ਹੈ ਆਪਾਂ ਸਮਝ ਲਿਆ। ਸਾਰੇ ਭੈਣ ਭਰਾ ਦੁਬਾਰੇ ਫਿਰ ਨੋਟ ਕਰ ਲਓ, ਗੁਰਬਾਣੀ ਦੀ ਵਿਚਾਰ ਨੂੰ ਧਿਆਨ ਲਾ ਕੇ ਸੁਣਨਾ ਹੀ ਗੁਰੂ ਜੀ ਦਾ ਦਰਸ਼ਨ ਹੈ। ਜਦੋਂ ਅਸੀਂ ਪੂਰਾ ਧਿਆਨ ਲਾ ਕੇ ਸੁਣ ਕੇ ਦਰਸ਼ਨ ਕਰਦੇ ਹਾਂ, ਦਰਸ਼ਨ ਦਾ ਫਲ ਕੀ ਮਿਲਦਾ ਹੈ? ਹੁਣ ਦਰਸ਼ਨ ਦਾ ਫਲ ਨੋਟ ਕਰਿਓ। ਤਿੰਨ ਨੇਹ ਲੱਗਾ ਰੱਬ ਸੇਤੀ, ਦੇਖਣੇ ਵਿਚਾਰ। ਰਾਰੇ ਨੂੰ ਹੁਸ਼ਿਆਰੀ ਹੈ, ਵਿਚਾਰ ਦੇ ਰਾਰੇ ਨੂੰ ਹੁਸ਼ਿਆਰੀ ਦਾ ਅਰਥ ਕੀ ਬਣ ਗਿਆ? ਵਿਚਾਰ ਦੁਆਰਾ। ਉਹਨਾਂ ਦਾ ਪ੍ਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ ਜਿਹੜੇ ਵਿਚਾਰ ਦੁਆਰਾ ਦਰਸ਼ਨ ਕਰਦੇ। ਜੀ ਵਿਆਕਰਨ ਜਾਣਦੇ ਤਾਂ ਦੱਸ ਦੇਵਾਂ, ਹੁਸ਼ਿਆਰੀ ਇੱਥੇ ਕਾਰਕ ਰੂਪ ਹੋ ਗਈ, ਪਰ ਬਹੁਤੇ ਭੈਣਾਂ ਭਰਾਵਾਂ ਨੂੰ ਪਤਾ ਗੱਲ ਸਮਝ ਨਹੀਂ ਆਉਣੀ। ਇਸ ਕਰਕੇ ਤੁਸੀਂ ਮੋਟੀ ਜੀ ਗੱਲ ਸਮਝ ਲਓ ਵੀ ਹੁਸ਼ਿਆਰੀ ਔਂਕੜ ਦਾ ਵੀ ਅਰਥ ਹੁੰਦਾ ਹੈ। ਇੱਥੇ ਹੁਸ਼ਿਆਰੀ ਦਾ ਅਰਥ ਕੀ ਹੈ? ਵੀ ਵਿਚਾਰ ਦੇ ਰਾਜ ਨੂੰ ਹੁਸ਼ਿਆਰੀ ਲੱਗੀ ਹੈ, ਵੀ ਵਿਚਾਰ ਦੁਆਰਾ। ਉੱਥੇ ਹੁਸ਼ਿਆਰੀ ਬੋਲਣ ਵਾਸਤੇ ਨਹੀਂ, ਹੁਸ਼ਿਆਰੀ ਬੋਲਦੀ ਥੋੜਾ ਲਾਈ ਕਾਤੇ ਹੈ, ਹੁਸ਼ਿਆਰੀ ਦਾ ਵੀ ਅਰਥ ਹੁੰਦਾ। ਉਹਨਾਂ ਦਾ ਪ੍ਰਮਾਤਮਾ ਨਾਲ ਪਿਆਰ ਪੈ ਜਾਂਦਾ ਜਿਹੜੇ ਵਿਚਾਰ ਦੁਆਰਾ ਦਰਸ਼ਨ ਕਰਦੇ ਆ ਗੁਰੂ ਦਾ। ਇਸ ਤੋਂ ਵੀ ਸਿੱਧ ਹੋ ਗਿਆ ਵੀ ਦਰਸ਼ਨ ਕਿਵੇਂ ਕਰਨਾ? ਵਿਚਾਰ ਦੁਆਰਾ। ਜਦੋਂ ਵਿਚਾਰ ਦੁਆਰਾ ਦਰਸ਼ਨ ਕਰਦੇ ਹਾਂ ਫਲ ਕੀ ਮਿਲਦਾ ਹੈ? ਪਰਮਾਤਮਾ ਦਾ ਪਿਆਰ। ਗੁਰਬਾਣੀ ਦਾ ਸੱਚਾ ਗਿਆਨ ਪਰਮਾਤਮਾ ਦਾ ਪਿਆਰ ਪਾ ਦਿੰਦਾ ਹੈ। ਪਿਆਰ ਦੇ ਵਿੱਚ ਅੰਦਰ ਯਾਦ ਬਣੀ ਰਹਿੰਦੀ ਹੈ। ਯਾਦ ਨੂੰ ਸੰਸਕ੍ਰਿਤ ਵਿੱਚ ਕੀ ਕਹਿੰਦੇ ਨੇ? ਸਿਮਰਨ। ਪੰਜਾਬੀ ਵਿੱਚ ਕੀ ਕਹਿੰਦੇ ਆ? ਚੇਤਾ। ਯਾਦ ਹਿੰਦੀ ਦਾ ਲਫ਼ਜ਼ ਹੈ। ਭਾਵ ਜੇ ਅਸੀਂ ਗੁਰਬਾਣੀ ਨੂੰ ਧਿਆਨ ਲਾ ਕੇ ਸੁਣੀਏ ਤਾਂ ਸਿਮਰਨ ਦੀ ਅਵਸਥਾ ਬਣ ਸਕਦੀ ਹੈ, ਕਿਉਂਕਿ ਸੱਚੇ ਗਿਆਨ ਨੇ ਪ੍ਰਮਾਤਮਾ ਦਾ ਪਿਆਰ ਪਾ ਦੇਣਾ, ਪਿਆਰੇ ਦੀ ਯਾਦ ਬਣੀ ਰਹਿੰਦੀ ਹੈ। ਆਪ ਨੂੰ ਪਤਾ ਹੀ ਹੈ ਨਾ ਵੀ ਪਿਆਰ ਤੇ ਯਾਦ ਦੋਨੋਂ ਇੱਕ ਥਾਂ ਹੀ ਰਹਿੰਦੇ ਆ। ਜਿੱਥੇ ਪਿਆਰ ਹੈ ਉੱਥੇ ਪਿਆਰੇ ਦੀ ਯਾਦ ਹੈ। ਯਾਦ ਤੇ ਪਿਆਰ ਦਾ ਆਪਸ ਵਿੱਚ ਬੜਾ ਗੂੜਾ ਰਿਸ਼ਤਾ ਕਹਿ ਲਓ, ਬੜਾ ਕਲੋਜ਼ ਰਿਲੇਸ਼ਨ ਹੈ, ਗੂੜਾ ਰਿਸ਼ਤਾ ਆਪਸ ਦੇ ਵਿੱਚ ਯਾਦ ਦਾ ਤੇ ਪਿਆਰ ਦਾ। ਉਹ ਜਿਹੜੀ ਪਿਆਰ ਵਿੱਚ ਯਾਦ ਬਣੀ ਰਹਿੰਦੀ ਹੈ ਉਹਨੂੰ ਸਿਮਰਨ ਦੀ ਅਵਸਥਾ ਕਹਿੰਦੇ ਆ। ਸੋ ਜੇ ਬਾਣੀ ਦੀ ਵਿਚਾਰ ਕਰੀਏ ਤਾਂ ਸਿਮਰਨ ਦੀ ਅਵਸਥਾ ਬਣਦੀ ਹੈ। ਤੇ ਸਿਮਰਨ ਬਹੁਤ ਉੱਚੀ ਗੱਲ ਹੈ। ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਹਰ ਵੇਲੇ ਪ੍ਰਮਾਤਮਾ ਚੇਤੇ 'ਚ ਰਹੇ। ਇਹ ਹੈ ਸਿਮਰਨ ਦੀ। ਇਹ ਨਹੀਂ ਹੁੰਦਾ ਵੀ ਸੁਬਾਹ 10-20 ਮਿੰਟ ਯਾਦ ਕਰ ਲਿਆ, ਦੁਕਾਨ ਤੇ ਜਾ ਕੇ ਭੁੱਲ ਗਏ, ਦਫ਼ਤਰ ਵਿੱਚ ਭੁੱਲ ਗਏ, ਮੈਰਿਜ ਪੈਲਸ ਜਾ ਕੇ ਭੁੱਲ ਗਏ, ਫਿਰ ਤੇਰੀ ਸਿਮਰਨ ਦੀ ਅਵਸਥਾ ਹੈ ਹੀ ਨਹੀਂ। ਫਿਰ ਤੂੰ ਐਵੇਂ ਨਾ ਕਿਹਾ ਕਰ ਮੇਰਾ ਸਿਮਰਨ ਹੈ ਜੇ ਮੈਂ ਸਿਮਰਨ ਕਰਨਾ ਹੈ। ਲੈ ਦੁਕਾਨ ਤੇ ਜਾ ਕੇ ਤੇਰਾ ਸਿਮਰਨ ਕਿੱਧਰ ਗਿਆ? ਉਹ ਮੈਰਿਜ ਪੈਲਸ ਵਿੱਚ ਸਿਮਰਨ ਕਿੱਧਰ ਗਿਆ? ਸਿਮਰਨ ਤਾਂ ਬਹੁਤ ਉੱਚੀ ਗੱਲ ਹੈ। ਸਿਮਰਨ ਦੀ ਅਵਸਥਾ ਕਹਿੰਦੇ ਨੇ ਨਾ ਗੁਰੂ ਜੀ ਸੁਖਮਨੀ ਸਾਹਿਬ 'ਚ ਪੜ੍ਹਿਓ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, 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 ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਉਦਰੀ ਮੂਚਾ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ 부ਜੈ, ਪ੍ਰਭ ਕੈ ਸਿਮਰਨ ਤ੍ਰਿਸ਼ਨਾ 부ਜੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ, ਪ੍ਰਭ ਕੈ ਸਿਮਰਨ
त्रासा ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ प्रभ के सिमरन पूरन आशा ਪ੍ਰਭ ਕੈ ਸਿਮਰਨ ਪੂਰਨ ਆਸਾ प्रभ का सिमरन साबते ऊंचा ਪ੍ਰਭ ਕਾ ਸਿਮਰਨ ਸਭਤੀ ਉੱਚਾ प्रभ के सिमरन मानकी माल जाए ਪ੍ਰਭ ਕੈ ਸਿਮਰਨ ਮਾਣਕੀ ਮਲ ਜਾਏ अमृत नाम हृद माहे समाए ਅੰਮ੍ਰਿਤ ਨਾਮ ਪ੍ਰੀਤ ਮਾਹੀ ਸਮਾਈ प्रभ जीवस है साध की रसना ਪ੍ਰਭ ਜੀਵਸ ਹੈ ਸਾਧ ਕੀ ਰਸਨਾ नानक जन का दासन दसना ਨਾਨਕ ਜਨ ਕਾ ਦਾਸਨ ਦਸਨਾ प्रभ का सिमरन सावते ऊंचा ਸਿਮਰਨ ਸਭਤੀ ਉੱਚਾ प्रभ के सिमरन उदरे मूचा ਪ੍ਰਭ ਕੈ ਸਿਮਰਨ ਉਦਰੀ ਉੱਚਾ प्रभ का सिमरन सावते ऊंचा ਪ੍ਰਭ ਕਾ ਸਿਮਰਨ ਸਭਤੀ ਉੱਚਾ सावते ऊंचा सावते ऊंचा सावते ऊंचा वाहिगुरु। इदां परमात्मा दा सिमरन तां बहुत उच्ची गल है। प्रभ का सिमरन सब ते उच्चा। सो सिमरन वरना किवें आपां समझ रहे सी, देखने विचार, ਜਿਹੜੇ ਵਿਚਾਰ ਦੁਆਰਾ ਦਰਸ਼ਨ ਕਰਦੇ ਉਹਨਾਂ ਦਾ ਪਿਆਰ ਪੈਂਦਾ, ਪਿਆਰ ਵਿੱਚ ਯਾਦ ਬਣਦੀ। ਇਸ ਕਰਕੇ ਕਹਿੰਦਾ ਪ੍ਰੇਮ ਪਦਾਰਥ ਨਾਮ ਹੈ। ਪ੍ਰੇਮ ਪਦਾਰਥ ਨਾਮ ਕਿਉਂ ਕਿਹਾ ਬਾਣੀ? ਕਿਉਂਕਿ ਜਿੱਥੇ ਪਿਆਰ ਹੈ ਉੱਥੇ ਯਾਦ ਹੈ। ਇਹ ਹੈ ਜੀ ਦਰਸ਼ਨ ਦਾ ਫਲ। ਇੰਨੀ ਗੱਲ ਆਪਾਂ ਸਮਝ ਲਈ। ਦਰਸ਼ਨ ਕੀ ਹੈ? ਬਾਣੀ ਦੀ ਵਿਚਾਰ। ਦਰਸ਼ਨ ਦਾ ਫਲ ਕੀ ਹੈ? ਪਰਮਾਤਮਾ ਦਾ ਪਿਆਰ। ਹੋਰ ਫਲ ਲੈ ਲਓ। ਆਪਾਂ ਪੜ੍ਹਦੇ ਹਾਂ ਦਰਸ਼ਨ ਪਰਸੈ ਗੁਰੂ ਕੈ ਬੋਲੋ ਵੀ ਸੰਗਤੇ, ਦਰਸ਼ਨ ਪਰਸੈ ਗੁਰੂ ਕੈ ਗੁਰੂ ਕੈ। ਫਿਰ ਕੀ ਹੋ? ਜਨਮ ਮਰਨ ਜਨਮ ਮਰਨ ਦੁਖ ਜਾਏ ਦੁੱਖ ਜਾਏ। ਦਰਸ਼ਨ ਦਾ ਫਲ ਹੈ। ਜਿਹੜੇ ਗੁਰੂ ਦੇ ਦਰਸ਼ਨ ਨੂੰ ਪਰਸਦੇ ਆ, ਪਰਸਨ ਦਾ ਅਰਥ ਕੀ ਹੁੰਦਾ? ਟੱਚ ਕਰਨਾ, ਛੂਹਣਾ। ਕਿਹਨੇ ਛੂਹਣਾ? ਸੁਰਤ ਨੇ। ਧਿਆਨ ਲਾ ਕੇ ਸੁਣਨ ਨੂੰ ਕੀ ਕਹਿੰਦੇ ਨੇ? ਦਰਸ਼ਨ ਪਰਸਨਾ। ਜੋ ਸਾਡਾ ਧਿਆਨ ਗੁਰੂ ਦੇ ਉਪਦੇਸ਼ ਨੂੰ ਟੱਚ ਕਰਦਾ, ਛੂਹਦਾ ਤਾਂ ਇਹਨੂੰ ਦਰਸ਼ਨ ਕਹਿੰਦੇ ਆ। ਦਰਸ਼ਨ ਪਰਸਿਆ ਗੁਰੂ ਕੈ। ਜਦੋਂ ਅਸੀਂ ਗੁਰੂ ਜੀ ਦਾ ਦਰਸ਼ਨ ਕਰਦੇ ਹਾਂ, ਭਾਵ ਧਿਆਨ ਲਾ ਕੇ ਸੁਣਦੇ ਹਾਂ, ਫਿਰ ਕੀ ਹੁੰਦਾ? ਜਨਮ ਮਰਨ ਦੁੱਖ ਜਾਏ। ਜਨਮ ਮਰਨ ਦਾ ਦੁੱਖ ਚਲਿਆ ਜਾਂਦਾ। ਬਹੁਤ ਵੱਡਾ ਦੁੱਖ ਲੱਗਿਆ ਹੋਇਆ ਹੈ ਜਨਮ ਮਰਨ ਦਾ। ਕਿਸ ਤਰ੍ਹਾਂ? ਅਗਲੀਆਂ ਗੱਲਾਂ ਕਹਿਣ ਤੋਂ ਪਹਿਲਾਂ ਦੱਸਦੇ, ਕਿਉਂਕਿ ਪ੍ਰਚਾਰਕ ਨੂੰ ਗੱਲ ਪਹਿਲਾਂ ਕਹਿਣੀ ਪੈਂਦੀ ਹੈ ਵੀ ਥੋੜੇ ਜਿਹੇ ਤਿੱਖੇ ਵਚਨ ਆਉਣਗੇ। ਤੋਂ ਬਾਅਦ
ਉਹ ਤਿੱਖੇ ਵਚਨਾਂ ਨੂੰ ਤੁਸੀਂ ਕੀ ਸਮਝ ਲਿਓ? ਗਿਆਨ ਦੇ ਟੀਕੇ। ਜਿਵੇਂ ਡਾਕਟਰ ਟੀਕਾ ਲਾਉਂਦੇ ਨਾ, ਟੀਕਾ ਤਾਂ ਸਮਝ ਹੀ ਗਏ ਨਾ ਆਪ ਜੀ, ਇੰਜੈਕਸ਼ਨ ਟੀਕਾ ਭਲੇ ਵਾਸਤੇ ਲਾਉਂਦਾ ਨਾ। ਏਦਾਂ ਮੇਰੇ ਸਤਿਗੁਰ ਵੈਦ ਜੀ ਵੀ ਗਿਆਨ ਦੇ ਟੀਕੇ ਲਾ ਦਿੰਦੇ ਆ ਸਾਡੀਆਂ ਬੁਰਾਈਆਂ ਦਾ ਇਲਾਜ ਕਰਨ ਵਾਸਤੇ। ਜਾਂ ਗੁਰਬਾਣੀ ਦੇ ਬਚਨਾਂ ਨੂੰ ਗਿਆਨ ਦੇ ਥੋੜੇ ਵੀ ਕਹਿ ਸਕਦੇ ਹੋ। ਕੱਲ ਵੀ ਗੱਲ ਹੋਈ ਸੀ। ਸੋ ਜਨਮ ਮਰਨ ਦੁੱਖ ਦੀ ਗੱਲ ਸਮਝਣ ਵਾਸਤੇ ਹੁਣ ਵੀ ਗੁਰੂ ਦਾ ਦਰਸ਼ਨ ਜਨਮ ਮਰਨ ਦਾ ਦੁੱਖ ਕੱਟ ਦੇਣ। ਨਹੀਂ ਤਾਂ ਸਾਡੇ ਅੰਦਰ ਜਨਮ ਮਰਨ ਦਾ ਦੁੱਖ ਹੁਣ ਵੀ ਚੱਲ ਰਿਹਾ। ਪਤਾ ਨਹੀਂ ਕਿਹੜੇ ਕਿਹੜੇ ਜਾਨਵਰ ਅੰਦਰ ਪੈਦਾ ਹੋਈ ਜਾਂਦੇ ਨੇ ਕਰਤਾਰ ਦੇ ਵਿੱਚ, ਪਰ ਗੁਰੂ ਦਾ ਦਰਸ਼ਨ ਜਨਮ ਮਰਨ ਕੱਟ ਦਿੰਦਾ। ਜਿਵੇਂ ਲੱਭ ਕੁੱਤਾ, ਜਿਸ ਵੇਲੇ ਮਨੁੱਖ ਲਾਲਚ ਵਸ ਹੋ ਕੇ, ਮਨੁੱਖ ਦਾ ਅਰਥ ਕੀ ਹੁੰਦਾ? ਇਸਤਰੀ ਪੁਰਸ਼ ਕੋਈ ਹੈ, ਮਾਨਸ ਦੇਹੀ ਨੂੰ ਮਨੁੱਖ ਕਹਿੰਦੇ ਆ। ਜਿਸ ਵੇਲੇ ਕੋਈ ਵੀ ਮਨੁੱਖ ਲਾਲਚ ਵਸ ਹੋ ਕੇ ਕੋਈ ਗਲਤ ਕੰਮ ਕਰਦਾ ਹੈ, ਉਸ ਵੇਲੇ ਉਹ ਜ਼ਮੀਰ ਦੀ ਮੌਤ ਮਰ ਜਾਂਦਾ ਹੈ। ਜ਼ਮੀਰ ਦੀ ਮੌਤ ਮਰ ਕੇ ਹੀ ਆਪਾਂ ਕੋਈ ਗਲਤ ਕੰਮ ਕਰਦੇ ਹਾਂ, ਮੌਤ ਹੋ ਗਈ ਤੇ ਇੱਕ ਨਵਾਂ ਜਨਮ ਹੋ ਗਿਆ ਅੰਦਰ। ਕਿਹੜਾ? ਕੁੱਤੇ ਦਾ। ਮਨੁੱਖ ਜ਼ਮੀਰ ਦੀ ਮੌਤ ਮਰ ਗਿਆ, ਅੰਦਰ ਕੁੱਤਾ ਜੰਮ ਪਿਆ। ਜਦੋਂ ਲਾਲਚ ਵਸ ਹੋ ਕੇ ਕੋਈ ਗਲਤ ਕੰਮ ਕਰਦੇ ਹਾਂ, ਉਸ ਵੇਲੇ ਮਨੁੱਖ ਕੁੱਤਾ ਜੂਨ ਦੇ ਵਿੱਚ ਹੈ। ਮਨੁੱਖ ਦੀ ਮੌਤ ਹੋ ਚੁੱਕੀ ਹੈ, ਸਰੀਰਕ ਨਹੀਂ, ਜ਼ਮੀਰ ਦੀ। ਅੰਦਰ ਕੁੱਤੇ ਦਾ ਜਨਮ ਹੋ ਚੁੱਕਿਆ। ਜਨਮ ਮਰਨ ਦਾ ਦੁੱਖ ਹੈ। ਬੋਲੋ ਸਤਨਾਮ। ਬਾਣੀ ਦੇ ਅਰਥ ਬਾਣੀ ਚੋਂ ਹੁੰਦੇ ਨੇ। ਗੁਰ ਕੀ ਬਾਣੀ, ਗੁਰ ਤੇ ਜਾਤੀ। ਅੰਦਰ ਕੁੱਤਾ ਜੰਮ ਪਿਆ, ਸ਼ਕਲ ਮਨੁੱਖ ਵਾਲੀ ਹੈ, ਪਰ ਮਨੁੱਖ ਦੀ ਸ਼ਕਲ ਵਿੱਚ ਕੁੱਤਾ ਤੁਰਿਆ ਫਿਰਦਾ। ਮਨੁੱਖ ਤਾਂ ਮਰ ਚੁੱਕਿਆ, ਜ਼ਮੀਰ ਦੀ ਮੌਤ। ਪਰ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਪਰਮਾਤਮਾ ਵਸ ਜਾਂਦਾ ਹੈ, ਜਦੋਂ ਪਿਆਰ ਪੈ ਗਿਆ ਉਹੀ ਮਨ 'ਚ ਵਸੂ ਨਾ, ਫੇਰ ਨਹੀਂ ਇਹ ਮਰਦਾ ਕਦੇ ਵੀ। ਨਾ ਉਹ ਮਰहे ਨਾ ਠਾਗੇ ਜਾਹੇ, ਉਹ ਕਦੇ ਵੀ ਨਹੀਂ ਮਰਦੇ। ਕਿਹੜੀ? ਜ਼ਮੀਰ ਦੀ ਮੌਤ। ਭਾਵ ਅਰਥ ਹੁੰਦੇ ਨਾ ਬਣ, ਸਰੀਰਕ ਮੌਤ ਤਾਂ ਸਾਰਿਆਂ ਨੂੰ ਹੀ ਆਉਣੀ ਹੈ। ਉਹ ਕਦੇ ਵੀ ਜ਼ਮੀਰ ਦੀ ਮੌਤ ਨਹੀਂ ਮਰਦੇ। ਨਾ ਉਹ ਮਰहे ਨਾ ਠਾਗੇ ਜਾਹੇ, ਉਹਨਾਂ ਨੂੰ ਕੋਈ ਵੀ ਬਕਾਰ ਠੱਗ ਨਹੀਂ ਸਕਦਾ। ਇਹਨਾਂ ਨੂੰ ਜਿਨ ਕੈ ਰਾਮ ਵਸੈ ਮਨ ਮਾਹੀ, ਜਿਨ੍ਹਾਂ ਦੇ ਸਰਬ ਵਿਆਪਕ ਮਨ ਦੇ ਵਿੱਚ ਵਸ ਜਾਂਦਾ। ਰਾਮ ਦਾ ਅਰਥ ਕੀ ਹੁੰਦਾ? ਰਮਿਆ ਹੋਇਆ ਪਰਮੇਸ਼ਰ। ਜਿਨ੍ਹਾਂ ਦੇ ਸਰਬ ਵਿਆਪਕ ਪਰਮੇਸ਼ਰ ਮਨ ਵਿੱਚ ਵਸ ਜਾਂਦਾ, ਉਹ ਕਦੇ ਵੀ ਜ਼ਮੀਰ ਦੀ ਮੌਤ ਨਹੀਂ ਮਰਦੇ। ਉਹਨਾਂ ਦੇ ਅੰਦਰ ਕਦੇ ਵੀ ਕਿਸੇ ਜਾਨਵਰ ਦਾ ਜਨਮ ਨਹੀਂ ਹੁੰਦਾ। ਨਾ, ਸੱਚ ਨਾਲ ਟੁੱਟ ਕੇ ਮੇਰੇ ਅੰਦਰ ਪਤਾ ਨਹੀਂ ਕਿਹੜੇ ਕਿਹੜੇ ਜਾਨਵਰ ਪੈਦਾ ਹੋ ਰਹੇ ਹੈ। ਪਰ ਜਦੋਂ ਹੀ ਗੁਰੂ ਦਾ ਦਰਸ਼ਨ ਕਰ ਲਿਆ, ਉਹਦੀ ਅੰਦਰ ਦੇ ਜਾਨਵਰ ਮਰ ਗਏ। ਬਸ ਕੱਟਿਆ ਗਿਆ ਜਨਮ ਮਰਨ ਦਾ ਦੁੱਖ। ਜਿਉਂਦੇ ਮੁਕਤ, ਉਹ ਧਨਵੰਤ, ਕੁਲਵੰਤ, ਪਤਿਵੰਤ, ਜੀਵਨ ਮੁਕਤ, ਜਿਸ ਹਿਰਦੈ ਭਗਵੰਤ। ਕਿੰਨੀਆਂ ਸਪਸ਼ਟ ਗੱਲਾਂ ਬਾਣੀ ਦੀਆਂ। ਸੋ ਹੋਰ ਲੈ ਲਓ ਪ੍ਰਮਾਣ ਜਨਮ ਮਰਨ ਦੁੱਖ ਦੀ ਗੱਲ। ਕੱਲ ਵੀ ਗੱਲ ਹੋ ਗਈ ਸੀ, ਫੇਰ ਦੁਹਰਾ ਦੇਵਾਂ। ਜਦੋਂ ਕੋਈ ਵੀ ਮਨੁੱਖ ਗੰਦੇ ਥਾਂ ਵੱਲ ਜਾਂਦਾ ਮਨੋਰੰਜਨ ਕਰਨ ਵਾਸਤੇ, ਵੀ ਗੰਦੀਆਂ ਪਿਕਚਰਾਂ ਦੇਖਣ, ਨੰਗੇ ਨਾਚ ਦੇਖਣ, ਸ਼ਰਾਬ ਕਬਾਬ ਜਾਂ ਹੋਟਲਾਂ 'ਚ ਬਦਫੈਲੀਆਂ ਕਰਨ, ਵੱਡੇ ਹੋਟਲਾਂ 'ਚ, ਉਸ ਵੇਲੇ ਗਧਾ ਜੂਨ ਦੇ ਵਿੱਚ ਹੁੰਦਾ। ਬਿਨ ਸਿਮਰਨ ਗਰਦ ਬਕੀਨਿਆਈ, ਸਾਕਤ ਥਾਨ ਭ੍ਰਿਸ਼ਟ ਫਰਾਹੀ। ਗੁਰੂ ਜੀ ਕਹਿੰਦੇ ਸਿਮਰਨ ਤੋਂ ਬਿਨਾਂ, ਮਾਲਕ ਦੀ ਯਾਦ ਤੋਂ ਬਿਨਾਂ, ਮਾਲਕ ਦੇ ਪਿਆਰ ਤੋਂ ਬਿਨਾਂ ਮਨੁੱਖ ਗਧੇ ਦੀ ਤਰ੍ਹਾਂ ਜਿਉਂਦਾ ਹੈ। ਗਧੇ ਦੀ ਤਰ੍ਹਾਂ ਜਿਉਂਦਾ ਭਾਵ ਗੰਦੇ ਕੰਮਾਂ ਦੇ ਵਿੱਚੋਂ ਮਨੋਰੰਜਨ ਕਰਨਾ ਚਾਹੁੰਦਾ ਹੈ। ਜਿਵੇਂ ਰੂੜੀਆਂ ਤੇ ਨਾ ਗਧਾ ਗੰਦ ਫਰੋਲਦਾ ਹੈ, ਜੇ ਤੂੰ ਗੰਦੇ ਕੰਮਾਂ 'ਚੋਂ ਰਸ ਲੱਭਦਾ ਹੈ ਤਾਂ ਗਧਾ ਜੂਨ ਦੇ ਵਿੱਚ ਹੈ। ਕਿੱਡਾ ਵੱਡਾ ਦੁੱਖ ਹੈ ਕਿ ਮਨੁੱਖ ਤਾਂ ਜ਼ਮੀਰ ਦੀ ਮੌਤ ਮਰ ਗਿਆ। ਜ਼ਮੀਰ ਦੀ ਮੌਤ ਮਰ ਕੇ ਨਾ ਹੁਣ ਗੰਦੇ ਕੰਮਾਂ ਦੇ ਵਿੱਚੋਂ ਗਧਾ ਮਨੋਰੰਜਨ ਕਰਦਾ ਫਿਰਦਾ ਹੈ। ਗੰਦੇ ਨਾਵਲ ਪੜ੍ਹ ਕੇ ਮਨੋਰੰਜਨ ਕਰਨਾ ਚਾਹੁੰਦਾ, ਗੰਦੀਆਂ ਪਿਕਚਰਾਂ ਦੇਖ ਕੇ, ਨੰਗੇ ਨਾਚ ਦੇਖ ਕੇ, ਸ਼ਰਾਬਾਂ ਕਬਾਬਾਂ 'ਚੋਂ ਮਨੋਰੰਜਨ ਕਰਨਾ ਚਾਹੁੰਦਾ ਹੈ। ਗਧਾ ਜੂਨ 'ਚ ਬਹੁਤ ਵੱਡਾ ਦੁੱਖ ਹੈ ਨਾ। ਪਰ ਜਿਹਨੂੰ ਗੁਰਬਾਣੀ ਦੀ ਵਿਚਾਰ ਸੁਣੀ, ਬਸ ਸੱਚ ਦਾ ਰਸ ਆ ਗਿਆ, ਉਹ ਗੰਦੇ ਕੰਮਾਂ 'ਚੋਂ ਰਸ ਨਹੀਂ ਲੱਭਦਾ ਕਦੇ ਵੀ। ਫਿਰ ਮੇਰੇ ਅੰਦਰ ਗਧਾ ਨਹੀਂ ਪੈਦਾ ਹੁੰਦਾ। ਜਦੋਂ ਮੈਂ ਗੁਰੂ ਦਾ ਦਰਸ਼ਨ ਕਰ ਲਿਆ ਨਾ, ਮੇਰੇ ਅੰਦਰ ਗਧਾ ਨਹੀਂ ਪੈਦਾ ਹੁੰਦਾ। ਫਿਰ ਮੈਂ ਗੰਦੇ ਕੰਮਾਂ ਦੇ ਵਿੱਚੋਂ ਕੁਝ ਲੱਭਦਾ ਨਹੀਂ। ਹੋਰ ਪ੍ਰਮਾਣ ਲੈ ਲਓ ਇੱਕ, ਵੀ ਇਦਾਂ ਬਾਣੀ ਨੂੰ ਬਾਣੀ ਵਿੱਚੋਂ ਹੀ ਸਮਝਣਾ ਹੁੰਦਾ। ਕਰਤੂਤ ਪਸ਼ੂ ਕੀ ਮਾਨਸ ਜਾਤ,
जे गुरु का ज्ञान पल्ले नहीं तो गुरु साहब जी कहते मनुख पशु की तरह जिउंदा, करतूतां पशुआं वालियां, शक्ल बंदे वाली है। करतूत पशु की मानस जात। किते गुरबाणी विच लिखिया पशु मानस चम पलेटे अंदरों कालिया, जिन्हां दे अंदर भैड़े ख्यालां दी कालख है, कहंदे ऐ समझ लो पशु बंदे दे चम च लपेटिया होया। मनुख तां मर गया, हुण तां मनुख दे चम विच लपेटिया होया पशु तुरया फिरदा। फिर पशु का भाव समझ के कि खोला अर्थ थोड़ा जा। करतूत पशु की है? पशु जगत दे विच कोई परिवार नहीं। क्यों? क्योंकि पशु जगत दे विच रिश्तियां दी पछाण नहीं, इस करके पशु जगत विच कोई करैक्टर नहीं। जिन्होंने पंजाबी च कहते चाल चलन आचरण, पशु का कोई आचरण नहीं हुंदा, पशु का कोई चाल चलन नहीं हुंदा। क्यों? क्योंकि पशु जगत विच तां कोई पछाण ही नहीं भी कौन किसी का की लगदा है, उत्थे तां कोई रिश्तियां दी पछाण नहीं। पर जे मनुख नजायज संबंधां वाला जीवन जिउंदा है, मनुख स्त्री पुरुष कोई है, गुरु जी कहते मनुख की शक्ल में पशु तुरे फिरदे है। बोलो सतनाम। हाँ जी, अर्थ करने पैंदे स्पष्ट बाणी दे, ज्ञान दे थोड़े है। पशु तुरे फिरदे धरती ते मनुख की शक्ल दे विच, जिहदा करैक्टर नहीं वो मनुख की शक्ल च पशु ने। पशु तुरे फिरदे ने, पशु शक्ल बंदियां वाली है इन्हां दी, इहने पशु मनुख की शक्ल च पशु, कोई मनुख की शक्ल च गधा, कोई मनुख की शक्ल च कुत्ता। गलत काम करता लालच बस होके, ये दुख है जी, है ना। देखो बड़ा दुख ही है ना, मनुख गधा बनता है, मनुख कुत्ता बनता है, मनुख बहुत बड़ा दुख है। मनदे हो ना, हुण तां बाणी दे अर्थ हो गए। ते गुरु का दर्शन ये दुख कट दिंदा है। दर्शन परसे गुरु का जन्म मरण दुख जाए। कदे भी फिर मेरे अंदर जन्म मरण नहीं हुंदा। मेरे गुरु ने मेरे जिउंदे दा ही आपा गवन कट दिता। हुण कदे भी मैं कुत्ता जून गधा जून विच गवन नहीं करता, मैं तो जिउंदे ही मुक्त हो गया। किने कृपा की? मेरे गुरु के दर्शन ने। चलो ये समझ लिया, होर ले लो भी अनेक ही फल ने दर्शन का, जिन्नी क विचार हो जी। किते लिखा है दर्शन परसन सरसन हरसन रंग रंगी करतारी दे। जदों असीं गुरु का दर्शन परसदे हाँ, भाव ध्यान ला के सुनते हाँ गुरबाणी विचार में, दर्शन परसन फिर की होएगा जी? सरसन, अंदर रस पैदा होता है, रस दे सहित हो जाइदा। नहीं तो साडा जीवन सुक्या है, कमलाया है। बड़े बड़े सुक्के कमलाई फिरदे, बड़े बड़े लीडर, बड़े बड़े अरबापति, बड़े बड़े अफसर, उदासी चिंता कमलाए। क्यों? फरीदा किती जोबन प्रीत बिन सुक गए कमलाए। क्योंकि रस सुक गया अंदरों, रस तो बिना तो कमलाई जाती, जिवें बनस्पति रस तो बिना कमला जाती है, खड़ सुक हो जाती है। मनुख भी खड़ सुक हो गया। इस करके बड़े बड़े लोग चिंता दे विच है, बाहरों देखण नूं लगदा है, पर बड़े बड़े लोग लिखे ना बाणी च पंक्ति पढ़ लो। बड़े बड़े जोधी सह लोग, टी बड़ी जोधी सह लोग, तेन का व्याप चिंता रोग, इनको व्याप चिंता रोग। बड़े बड़े जोधी सह लोग, बड़ी बड़ी जोधी सह लोग, इनका व्याप चिंता रोग, इनको व्याप चिंता रोग।
ਤੇ ਗੁਰੂ ਦੇ ਦਰਸ਼ਨ ਦਾ ਫਲ ਕੀ ਹੈ ਕਿ ਅੰਦਰ ਰਸ ਦੇ ਸਹਿਤ ਹੋ ਜਾਂਦਾ। ਦਰਸ਼ਨ ਪਰਸਨ ਸਰਸਨ, ਸਰਸਨ ਦਾ ਭਾਵ ਰਸ ਦੇ ਸਹਿਤ। ਅੱਗੇ ਲਿਖਿਆ ਹਰਸਨ, ਹਰਸਨ ਦਾ ਭਾਵ ਅੰਦਰ ਖੁਸ਼ੀ ਪੈਦਾ ਹੋ ਜਾਂਦੀ, ਅੰਦਰ ਦੀ ਹੈਪੀਨੈਸ, ਅੰਦਰ ਖੁਸ਼ੀ ਪੈਦਾ ਹੋ ਜਾਂਦੀ ਹੈ, ਅੰਦਰ ਰਸ ਪੈਦਾ ਹੋ ਜਾਂਦਾ। ਕਿਹਨਾਂ ਦੇ? ਜਿਹੜੇ ਗੁਰੂ ਦਾ ਦਰਸ਼ਨ ਕਰਦੇ ਆ। ਕਿਸ ਤਰ੍ਹਾਂ? ਸੁਣ ਕੇ, ਪੂਰਾ ਧਿਆਨ ਲਾ ਕੇ ਗੁਰੂ ਦੇ ਉਪਦੇਸ਼ ਨਾਲ ਜੁੜਦੇ ਆ। ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਦੇ। ਗੁਰਬਾਣੀ ਪ੍ਰਮਾਤਮਾ ਦੇ ਰੰਗ ਵਿੱਚ ਰੰਗੀ ਹੋਈ ਹੈ। ਜੇ ਗੁਰਬਾਣੀ ਧਿਆਨ ਲਾ ਕੇ ਸੁਣਾਂਗੇ ਉਹੀ ਰੰਗ ਆਪਾਂ ਨੂੰ ਲੱਗ ਜਾਣਾ ਹੈ। ਰੰਗ ਦਾ ਭਾਵ ਕੀ ਹੁੰਦਾ? ਰੰਗ ਰੰਗੀ ਦਾ ਸੌਖੀ ਗੱਲ ਸਮਝ ਲਓ ਉਦਾਹਰਨ ਦੇ ਰਾਹੀਂ। ਜਿਵੇਂ ਸੂਰਜ ਤੋਂ ਆਈਆਂ ਕਿਰਨਾਂ, ਸੂਰਜ ਦੇ ਕਹਿ ਦਿਓ, ਰਿਸਪੌਂਸ ਘੱਟ ਹੈ ਸਰੋਤਿਆਂ ਵੱਲੋਂ, ਇਹ ਸੁਸਤ ਹੈ ਇਲਾਕਾ ਥੋੜਾ ਜਿਹਾ। ਸੂਰਜ ਤੋਂ ਆਈਆਂ ਕਿਰਨਾਂ ਸੂਰਜ ਦੇ ਰੰਗ ਵਿੱਚ ਰੰਗੀਆਂ ਹੁੰਦੀਆਂ। ਫਿਰ ਰੰਗ ਚ ਰੰਗੀਆਂ ਦਾ ਬੁੱਝੋ ਕੀ ਭਾਵ ਬਣਿਆ? ਭਾਵ ਕਿ ਜੋ ਤਪ ਤੇਜ ਸੂਰਜ ਵਿੱਚ ਹੈ ਉਹੀ ਤਪ ਤੇਜ ਸੂਰਜ ਦੀਆਂ ਕਿਰਨਾਂ ਵਿੱਚ ਹੈ। ਰੰਗ ਰੰਗੀ ਦਾ ਸਮਝ ਗਏ ਨਾ ਵੀ ਜੋ ਤਪ ਤੇਜ ਸੂਰਜ ਚ ਹੈ ਬਿਲਕੁਲ ਉਹੀ ਤਪ ਤੇ ਤੇਜ ਸੂਰਜ ਦੀਆਂ ਕਿਰਨਾਂ ਵਿੱਚ ਹੈ। ਉਦਾਹਰਨ ਗੱਲ ਸਮਝ ਆ ਗਈ। ਹੁਣ ਪ੍ਰਮਾਤਮਾ ਦੇ ਰੰਗ ਚ ਰੰਗੀ ਹੈ ਬਾਣੀ। ਭਾਵ ਕੀ ਹੋ ਗਿਆ? ਵੀ ਜੋ ਗੁਣ ਤੇ ਗਿਆਨ ਪ੍ਰਮਾਤਮਾ ਚ ਹੈ ਉਹੀ ਗੁਣ ਤੇ ਗਿਆਨ ਪ੍ਰਮਾਤਮਾ ਦੀ ਬਾਣੀ ਵਿੱਚ ਹੈ। ਤੇ ਬਾਣੀ ਧਿਆਨ ਲਾ ਕੇ ਸੁਣਾਂਗੇ ਉਹੀ ਪ੍ਰਮਾਤਮਾ ਵਾਲਾ ਗੁਣ ਤੇ ਪ੍ਰਮਾਤਮਾ ਵਾਲਾ ਗਿਆਨ ਸਾਡੇ ਵਿੱਚ ਆ ਜਾਣਾ। ਬੋਲੋ ਸਤਿਨਾਮ। ਕਿੰਨੀਆਂ ਸੌਖੀਆਂ ਗੱਲਾਂ। ਦੇਖਿਆ ਬਾਣੀ ਧਿਆਨ ਲਾ ਕੇ ਸੁਣਨ ਦੇ ਕਿਤੇ ਫਲ ਆ। ਉਹ ਗੁਣ ਤੇ ਗਿਆਨ ਸਾਡੇ ਵਿੱਚ ਆ ਜਾਣਾ ਜੋ ਪ੍ਰਮਾਤਮਾ ਚ ਹੈ। ਕਿਉਂ? ਕਿਉਂਕਿ ਪ੍ਰਮਾਤਮਾ ਦੀ ਬਾਣੀ ਉਸ ਰੱਬੀ ਰੰਗ ਚ ਰੰਗੀ ਹੋਈ ਹੈ। ਬਾਣੀ ਨਾਲ ਜੁੜਾਂਗੇ, ਧਿਆਨ ਲਾ ਕੇ ਸੁਣਾਂਗੇ, ਬਾਣੀ ਨੇ ਉਹੀ ਰੰਗ ਸਾਨੂੰ ਲਾ ਦੇਣਾ। ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਦੇ। ਖਿਨ ਰਮ ਗੁਰਗਮ ਹਰਦਮ ਨਹ ਜਾਮਾ, ਹਰ ਨਾਨਕ ਕੰਠ ਔਰ ਹਾਰੀ ਦੇ। ਚਲੋ ਇੰਨੇ ਫਲ ਆਪਾਂ ਸਮਝ ਲਈ ਦਰਸ਼ਨ ਦੇ। ਸੋ ਇੱਥੋਂ ਤੱਕ ਆਪਣੀ ਪਹਿਲੇ ਵਿਸ਼ੇ ਤੇ ਗੱਲ ਪੂਰੀ ਹੋ ਗਈ। ਵਿਸ਼ਾ ਕਹਿ ਲਓ, ਸਬਜੈਕਟ ਕਹਿ ਲਓ, ਵੀ ਗੁਰਬਾਣੀ ਨੂੰ ਧਿਆਨ ਲਾ ਕੇ ਸੁਣਨਾ ਗੁਰੂ ਦਾ ਦਰਸ਼ਨ ਹੈ। ਤੇ ਦਰਸ਼ਨ ਦੇ ਕਿੰਨੇ ਮਹਾਨ ਫਲ ਹੈ ਇਹ ਆਪਾਂ ਸਮਝ ਲਏ। ਗੁਰੂ ਦਾ ਦਰਸ਼ਨ ਜਨਮ ਮਰਨ ਕੱਟ ਦਿੰਦਾ ਹੈ। ਗੁਰੂ ਦਾ ਦਰਸ਼ਨ ਅੰਦਰ ਰਸ ਪੈਦਾ ਕਰ ਦਿੰਦਾ ਹੈ, ਖੁਸ਼ੀ ਪੈਦਾ ਕਰ ਦਿੰਦਾ ਹੈ। ਗੁਰੂ ਦਾ ਦਰਸ਼ਨ ਰੱਬ ਨਾਲ ਪਿਆਰ ਪਾ ਦਿੰਦਾ ਹੈ। ਇਹ ਗੱਲ ਸਮਝ ਆ ਗਈ ਤਾਂ ਅਸੀਂ ਇੱਕ ਨੁਕਤਾ ਹੋਰ ਕਹਦੇ ਹਾਂ ਕਿ ਪਹਿਲਾ ਵਿਸ਼ਾ ਤਾਂ ਆਪਣਾ ਪੂਰਾ ਹੋ ਗਿਆ। ਜੇ ਸਾਨੂੰ ਦਰਸ਼ਨ ਦੀ ਗੱਲ ਸਮਝ ਆ ਗਈ ਤਾਂ ਅਸੀਂ ਮੂਰਤੀ ਪੂਜਾ ਤੋਂ ਬਚ ਸਕਦੇ ਹਾਂ। ਇਹ ਗੱਲ ਥੋੜਾ ਸਮਾਂ ਪਹਿਲਾਂ ਆਪਣੇ ਇੱਥੇ ਕੋਲੀ ਤੁਹਾਡੇ ਬੰਗੀ ਕਲਾਂ ਦਵਾਉਣ ਲੱਗੇ ਸੀ, ਉਦੋਂ ਵੀ ਦੱਸੀ ਸੀ। ਯਾਦ ਹੋ ਕਈਆਂ ਨੂੰ, ਦੁਹਰਾ ਦੇਵਾਂ, ਕਈ ਭੁੱਲ ਵੀ ਜਾਂਦੇ ਆ। ਸੋ ਜੇ ਦਰਸ਼ਨ ਸਾਨੂੰ ਗੱਲ ਸਮਝ ਆ ਜੇ ਵੀ ਧਿਆਨ ਲਾ ਕੇ ਸੁਣਨਾ ਦਰਸ਼ਨ ਹੈ, ਮੂੰਹ ਮੱਥਾ ਵੇਖਣਾ ਦਰਸ਼ਨ ਨਹੀਂ, ਤਾਂ ਅਸੀਂ ਮੂਰਤੀ ਪੂਜਾ ਤੋਂ ਬਚ ਸਕਦੇ ਹਾਂ। ਅਗਲਾ ਨੁਕਤਾ, ਜਿਹੜੀ ਮੂਰਤੀ ਪੂਜਾ ਕਹਿ ਲਓ, ਫੋਟੋਆਂ ਦੀ ਪੂਜਾ ਕਹਿ ਲਓ, ਤਸਵੀਰਾਂ ਦੀ ਪੂਜਾ ਕਹਿ ਲਓ, ਬੁੱਤ ਮੂਰਤੀਆਂ ਦੀ ਪੂਜਾ ਕਹਿ ਲਓ। ਜਿਹੜੀ ਮੂਰਤੀ ਪੂਜਾ ਹੈ ਨਾ, ਅਤੀ ਘਟੀਆ ਪੂਜਾ ਹੈ। ਅਤੀ ਘਟੀਆ। ਤੁਸੀਂ ਕਹੋਗੇ ਅਤੀ ਘਟੀਆ ਕਿਵੇਂ? ਜਿਹੜੀ ਪ੍ਰਮਾਤਮਾ ਜੀ ਵੱਲੋਂ ਸਾਨੂੰ ਦਿਮਾਗ ਦੀ ਦਾਤ ਮਿਲੀ ਹੈ ਨਾ, ਮੂਰਤੀ ਪੂਜਾ ਪ੍ਰਮਾਤਮਾ ਵੱਲੋਂ ਮਿਲੀ ਦਿਮਾਗ ਦੀ ਦਾਤ ਨੂੰ ਨਕਾਰਾ ਕਰ ਦਿੰਦੀ ਹੈ। ਉਹਨਾਂ ਨੂੰ ਸਮਝ ਲਓ ਦਿਮਾਗੀ ਅਧਰੰਗ ਹੋ ਜਾਂਦਾ ਹੈ ਜਿਹੜੇ ਬੁੱਤ ਮੂਰਤੀਆਂ ਤਸਵੀਰਾਂ ਪੂਜਦੇ ਹੈ। ਬੋਲੋ ਸਤਿਨਾਮ। ਭਾਵ ਕੀ ਹੋਇਆ? ਉਹਨਾਂ ਦਾ ਬੌਧਿਕ ਵਿਕਾਸ ਰੁਕ ਜਾਂਦਾ ਹੈ, ਉਹਨਾਂ ਦਾ ਦਿਮਾਗੀ ਵਿਕਾਸ ਰੁਕ ਜਾਂਦਾ। ਕਿਉਂ? ਕਿਉਂਕਿ ਕਿਸੇ ਮੂਰਤੀ ਜਾਂ ਫੋਟੋ ਤੋਂ ਕੋਈ ਗਿਆਨ ਨਹੀਂ ਮਿਲਦੀ। ਕਿ ਮਿਲਦੀ ਕਿਸੇ ਦੀ ਰਾਏ ਹੈ, ਮਿਲਦਾ ਤਾਂ ਦੱਸ ਦਿਓ। ਜੇ ਕੋਈ ਨਹੀਂ ਸਹਿਮਤ ਤਾਂ ਦੱਸ ਦਿਓ। ਕੋਈ ਮਿਲਦਾ ਤਾਂ ਗਿਆਨ, ਜਾਂ ਕੋਈ ਮੂਰਤੀ ਤਸਵੀਰ ਤੋਂ ਕੋਈ ਗਿਆਨ ਮਿਲਦਾ ਦੱਸ ਦਿਓ। ਇਸ ਕਰਕੇ ਬੁੱਤ ਮੂਰਤੀਆਂ ਪੂਜਣ ਵਾਲੇ ਠੇਠ ਪੰਜਾਬੀ ਕਹਿੰਦੇ ਆ ਕਲਫਜ ਡੁੰਨ ਵੱਟੇ ਬਣ ਕੇ ਰਹਿ ਜਾਂਦੇ ਆ। ਇਹ ਆਪਣੀ ਪਿੰਡਾਂ ਵਾਲੀ ਭਾਸ਼ਾ ਡੁੰਨ ਵੱਟੇ। ਦਿਮਾਗੀ ਵਿਕਾਸ ਰੁਕ ਗਿਆ, ਡੁੰਨ ਵੱਟੇ ਬਣ ਗਏ, ਡੁੰਨ ਵੱਟੇ। ਏਡੀ ਘਟੀਆ ਪੂਜਾ, ਫੋਟੋਆਂ ਨੂੰ ਧੂਫਾਂ ਦੇਣੀਆਂ, ਫੋਟੋਆਂ ਮੂਹਰੇ ਦੇਸੀ ਘਿਓ ਦੀਆਂ ਜੋਤਾਂ ਲਾਉਣੀਆਂ, ਘਿਓ ਫੂਕਣੇ, ਹੋਰ ਬੜੇ ਕਰਨੇ। ਛੱਡ ਦਿਓ ਇਹ ਗੱਲਾਂ। ਮੂਰਤੀ ਪੂਜਾ ਚੋਂ ਕੁਛ ਨਹੀਂ ਮਿਲਦਾ, ਯਾਦ ਰੱਖਿਓ। ਘਟੀਆ ਪੂਜਾ।
इस करके सुनना ही दर्शन आप समझ लिया, क्योंकि जिमें बाशना फुल्लां च समाई हुंदी है ते सतपुरुष अपने वचनां विच समाई हुंदी है। बाणी गुरु गुरु है, गुरु कित्थे है जी? गुरु अपनी बाणी च है। असीं कित्थों लभदे हैं? फोटोआं च। गुरु फोटो च है? नहीं, गुरु बाणी च है। सतगुर वचन, वचन है सतगुर पादर मुक्त जनाब है। सतगुर कित्थे है? सतगुर वचन, वचन है सतगुर। दो बारी कहते सतगुर अपने वचनां च ही है। इस करके फोटो पूजा मूर्ति पूजा छड़ दो, कुछ नहीं मिलना। शहद की मक्खी फुल की फोटो नूं चूसदी नहीं, उन्होंने पता है भी फुल की फोटो है, रस थोड़ा मिलना चो मैं कानू निक्का जा मूँह घसाउणा है, पता है उन्होंने। ते जे असीं फोटोआं चो ज्ञान भालदे हैं, शहद की मक्खी तो भी नीवें पद्धर ते आ गए। शहद की मक्खी फोटो चो रस नहीं लभदी, फुल की फोटो चो, ते तू फोटो चो ज्ञान भालदा, तू फोटो चो गुरु लभदा। घाह की फोटो खिंच लईए, पशु पोल दी टपा दईए, पशु फोटो वाले घाह नूं मूंह नहीं मारदा, पशु फोटो वाले घाह नूं मूंह नहीं मारदा। फिर की असीं पशुआं तो नीवें पद्धर ते आ गए। असीं फोटो जो ज्ञान भालदे हैं, पशु नूं फोटो पता है भी ये घाह की फोटो चो मिलना मैनूं कुछ नहीं, मिलना कुछ नहीं। इस करके फोटो चो क्या मिलना है? आम जी उदाहरण दे दें, खंड की फोटो बनाई जा सकती है, फोटो तो बनाई जा सकती है ना, पर उस मिठा पाया जा सकता है। क्यों माइया भैन दस्यो भाई? फोटो वाली खंड दे नाल जलेबियां पक जाणगियां, लड्डू बन जाणगे, चाह कप बन जू। खंड की फोटो तो बना लांगे, मिठा कित्थों पावांगे? मिल जू कुछ भी? काके का ब्याह आ गया, चल अपने को घरे खंड नहीं ना दे, खंड नहीं अपने तो फोटो हैगी खंड की, तो चढ़ा लो बड़ा है, वो गुलाब जामुना पका लियो खंड दी फोटोआं रख के कोले। देसी जी उदाहरण अपनी बस देसी गल समझ आ जाती है, बहुतियां क्यों फिलासफी नहीं समझ आती। किन्नी उदाहरण लई चलो, अग की फोटो बनाई जा सकती है, वो च निग पाया जा सकता है भी पो मंगदा महीने अग वाली फोटो कोले बह जाओ, आजू निग नहीं। अग दी लाटां दी फोटोआं तां बन जांदियां, निग कित्थों पाएगा? फुल की फोटो बन जाती है, खुशबू कित्थों लियाएगा? किन्नी उदाहरण। हारमोनीयम की फोटो बना देंगे, सुरां किवें कढेगा? बोलो सतनाम। की मिलना? भाव की मिलेगा? इस करके ये डेरेदारां ने सानू मूर्ति पूजा च पा दिता। क्यों? क्योंकि डेरेदार तो हमेशा ही चाहते हैं असीं अन्नियां दे विच राजे बने रहिए, दुनिया अन्नी रहे ज्ञान तो बिना, ते असीं अन्नियां च राजे बने रहिए। सतपुरुषां दे ज्ञान नूं फोटोआं थल्ले दब दिता जाता है। चलाक लोग जिवें अज गुरु नानक बाबा जी के ज्ञान नूं फोटो थले दबिया जा रहा है, किते भगत रविदास जी महाराज के ज्ञान नूं फोटो थले दबिया, किते भाव एक गल मुकाओ कि जिस भी सतपुरुष के ज्ञान नूं दबना होवे उत्ते फोटो रख दिओ बना के, फोटो थले ज्ञान सौखा ही दबिया जाता है। बोलो सतनाम। छेड़ी ना कोई, छेड़े तो नहीं, आप फोटो ले जाओ, देखो कबीर साहब रविदास साहब जी ले जाओ ना, आधे गुरु नानक बाबा फोटो ले जाओ, तुम धूप देया करो, जोतबत्ती करया करो, होर ले जाओ बाबा, ले जाओ बाबा। चलाक लोग सतपुरुषां नूं फोटो थले दब दिंदे, किड्डे पापी लोग हुंदे आ, याद रखियो। इस करके अज तो बाद मूर्ति पूजा बंद, फोटोआं नूं धूफां देनियां बंद, मत्थे टेकने बंद, दर्शन करने गुरु दा गुरबाणी विचों। अजैब घर नूं प्रवानगी है, भाव के इतिहासक घटनावां नूं अजैब घर विच प्रदर्शित किया जा सकता है। वो वखरा विषय कते भुलेखा ना खा जिओ, जिवें कि साहिबजादियां नूं नीहां च चिनिया जा रहा है, वो इतिहासक घटना है। भाव वो ये नहीं भी साहिबजादे कोई उदां दी सी जां जलाद उदां दी सी, ना ना ना। किते भाई तारू सिंह जी का खोपर ला दिता, खून के फहारे चल रहे हैं, इतिहासक घटना है। किते भाई मती दास नूं आरे नाल चीरिया जा रहा है, किते जानी कि भाई मनी सिंह का बंद बंद कट्टिया जा। इदां अपने इतिहासक विरसे नूं, इतिहासक घटनावां नूं अजैब घर दे विच चित्र रूप च प्रदर्शित किया जा सकता है, पर फोटोआं नूं मत्थे नहीं टेकने, फोटोआं नूं धूफां नहीं देनियां, फोटोआं मूहरे देसी घिओ नहीं फूकने, फोटोआं मूहरे दातना गड़बे नहीं रखने। क्योंकि जो दातन करू स्नान भी करू, जो पानी पीऊ बाथरूम भी जाऊ। बोलो सतनाम। फिर तो बाथरूम का प्रबंध भी करना पऊगा, होर हुण करना ही पऊगा सारा कुछ ही ना। फिर
ਚਲੋ ਇਦਾਂ ਹੀ ਗੱਲਾਂ ਛੱਡ ਦਿਓ। ਇੱਥੋਂ ਤੱਕ ਦੋ ਨੁਕਤਿਆਂ ਤੇ ਨੁਕਤੇ ਕਹਿ ਲਓ, ਵਿਸ਼ੇ ਕਹਿ ਲਓ, ਦੋ ਵਿਸ਼ਿਆਂ ਤੇ ਆਪਣੀ ਗੱਲ ਹੋ ਚੁੱਕੀ ਹੈ। ਪਹਿਲਾ ਆਪਣਾ ਵਿਸ਼ਾ ਸੀ ਦਰਸ਼ਨ ਕੀ ਹੈ ਤੇ ਦਰਸ਼ਨ ਦਾ ਫਲ ਕੀ ਕੀ ਮਿਲਦਾ, ਤੇ ਦੂਸਰਾ ਸੀ ਆਪਣਾ ਮੂਰਤੀ ਪੂਜਾ, ਅੱਤ ਘਟੀਆ ਪੂਜਾ ਨੂੰ ਛੱਡ ਦਿਓ। ਚਲੋ ਇਹ ਹੋ ਗਈ ਵਿਚਾਰ ਸੰਪੂਰਨ। ਆਓ ਜੋ ਸ਼ਬਦ ਪੜਿਆ ਸੀ ਹੁਣ ਸ਼ਬਦ ਦੀ ਵਿਚਾਰ ਸ਼ੁਰੂ ਹੋਣ ਲੱਗੀ ਹੈ। ਸ਼ੁਰੂ ਵਿੱਚ ਆਪਾਂ ਸ਼ਬਦ ਗਿਣ ਕੀਤਾ ਨਾ ਮਾਰੂ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਜੀ ਦਾ। ਹੁਣ ਇੱਕ ਇੱਕ ਪੰਕਤੀ ਪੜ੍ਹ ਕੇ ਸ਼ਬਦ ਵਿਚਾਰ ਕਰਦੇ ਹਾਂ, ਭਾਵ ਦਰਸ਼ਨ ਕਰਦੇ ਹਾਂ ਕੀ ਕਹਿੰਦੇ ਨੇ ਗੁਰੂ ਸਾਹਿਬ ਜੀ। ਮਾਰੂ ਮਹਿਲਾ ਪੰਜਵਾਂ। ਖੋਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ, ਸਰਾਮਥਾ ਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਧਾਈ। ਖੋਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ। ਜਿਨ੍ਹਾਂ ਦੇ ਉੱਤੇ ਮਾਲਕ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਬਸ ਉਹਨਾਂ ਦਾ ਕਰਮ ਖੁੱਲ ਜਾਂਦਾ ਹੈ, ਭਾਵ ਕਿਸਮਤ ਜਾਗ ਪੈਂਦੀ ਹੈ। ਖੁੱਲਿਆ ਕਰਮ ਕਿਹਨਾਂ ਦਾ? ਕਿਰਪਾ ਭਈ ਠਾਕੁਰ। ਕੀਰਤਨ ਹਰ ਹਰ ਗਾਈ, ਫਿਰ ਉਹ ਹਰੀ ਪ੍ਰਮਾਤਮਾ ਦਾ ਕੀਰਤਨ ਗਾਉਂਦਾ ਹੈ, ਭਾਵ ਪ੍ਰਮਾਤਮਾ ਦਾ ਜਸ ਕਰਦੇ ਹੈ, ਤੇ ਸਤਸੰਗ ਵਿੱਚ ਆ ਕੇ ਕਿਰਪਾ ਹੁੰਦੀ ਹੈ। ਕਿਉਂਕਿ ਗੁਰਬਾਣੀ ਦੀ ਕਿਰਪਾ, ਰੱਬ ਦੀ ਕਿਰਪਾ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਈ। ਜਿਹਨੇ ਗੁਰਬਾਣੀ ਦੀ ਗੱਲ ਸੁਣ ਕੇ ਮੰਨ ਲਈ ਰੱਬ ਦੀ ਕਿਰਪਾ ਹੋਊਗੀ। ਭਾਵ ਅਰਥ ਹੁੰਦੇ ਨੇ। ਜਿਹੜਾ ਵਚਨ ਨਹੀਂ ਮੰਨਦਾ ਉਹ ਤੇ ਕੋਈ ਕਿਰਪਾ ਨਹੀਂ ਹੁੰਦੀ। ਦੱਸਣਾ ਪੈਂਦਾ, ਬਹੁਤ ਵਾਰ ਦੱਸਿਆ ਨਾ। ਕਿਰਪਾ ਕੋਈ ਮੁੱਲ ਮਿਲਦੀ ਹੈ, ਕਿਤੇ ਕੋਈ ਮੁੱਲ। ਕੱਲ ਵੀ ਗੱਲ ਹੋ ਗਈ ਸੀ ਨਾ, ਵਾਰੀ ਵਾਰੀ ਵੀ ਕਹਿੰਦੇ ਪੈਂਦੇ, ਨਵੇਂ ਸਰੋਤੇ ਹੁੰਦੇ ਆ ਵੀ ਤੁਸੀਂ ਕਹੋ ਵੀ ਕਿਸੇ ਬਾਬੇ ਨੂੰ ਅਸੀਂ 100 ਟੇਕ ਦਈਏ, 500 ਟੇਕ ਦਈਏ, ਬਾਬਾ ਐਂ ਕਰਦੇ ਹੱਥ ਐਂ ਵੀ ਕਿਰਪਾ ਹੋ ਜੂ, ਐਂ। ਇਹ ਤਾਂ ਠੱਗਾਂ ਦੇ ਕੰਮ ਹੁੰਦੇ ਆ, ਇਹ ਠੱਗਾਂ ਦੇ ਕੰਮ ਹੁੰਦੇ ਆ। ਆਪਣੇ ਆਪ ਨੂੰ ਮੱਥੇ ਟਿਕਾ ਕੇ ਹੱਥ ਜਿਹਾ ਹਿਲਾ ਦੇਣਾ, ਏਦਾਂ ਕੋਈ ਕਿਰਪਾ ਨਹੀਂ ਹੁੰਦੀ। ਵਚਨ ਮੰਨਦਿਆਂ ਹੀ ਕਿਰਪਾ ਹੋ ਜਾਂਦੀ ਹੈ। ਜਿੱਥੇ ਰੱਬੀ ਕਿਰਪਾ ਵਰਤਦੀ ਹੈ ਸਤਸੰਗ ਵਿੱਚ। ਜਿਹੜਾ ਵਚਨ ਨਹੀਂ ਮੰਨਦਾ ਉਹਦਾ ਕੋਈ ਇਲਾਜ ਨਹੀਂ। ਇਹ ਵੀ ਦੱਸ ਦੇਗੀ, ਲਿਖਿਆ ਬਾਣੀ ਵਿੱਚ। ਕਬੀਰ ਸਾਹਿਬ ਦਾ ਸ਼ਲੋਕ ਪੜ੍ਹ ਲਓ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਸਾਚਾ ਸਤਿਗੁਰ ਕਿਆ ਕਰੈ, ਸਾਚਾ ਸਤਿਗੁਰ ਕਿਆ ਕਰੈ, ਸਾਚਾ ਸਤਿਗੁਰ ਕਿਆ ਕਰੈ। ਜੋ ਸਿੱਖਾਂ ਮੈਂ ਚੂਕ, ਸਾਚਾ ਸਤਿਗੁਰ ਕਿਆ ਕਰੈ, ਸਾਚਾ ਸਤਿਗੁਰ ਕਿਆ ਕਰੈ। ਜੋ ਸਿੱਖਾਂ ਮੈਂ ਚੂਕ, ਸਾਚਾ ਸਤਿਗੁਰ ਕਿਆ ਕਰੈ, ਸਾਚਾ ਸਤਿਗੁਰ ਕਿਆ ਕਰੈ। ਅੰਧੇ ਏਕ ਨ ਲੱਗਈ, ਅੰਧੇ ਏਕ ਨ ਲੱਗਈ, ਏਕ ਨ ਲੱਗਈ, ਅੰਧੇ ਏਕ ਨ ਲੱਗਈ। ਜਿਉ ਬਾਂਸ ਬਜਾਈਐ ਫੂਕ, ਅੰਧੇ ਏਕ ਨ ਲੱਗਈ, ਅੰਧੇ ਏਕ ਨ ਲੱਗਈ। ਜਿਉ ਬਾਂਸ ਬਜਾਈਐ ਫੂਕ, ਅੰਧੇ ਏਕ ਨ ਲੱਗਈ, ਅੰਧੇ ਏਕ ਨ ਲੱਗਈ। ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਸੱਚਾ ਸਤਿਗੁਰ ਕੀ ਕਰੇ ਜੇ ਸਿੱਖ ਵਿੱਚ ਘਾਟ ਹੈ, ਭਾਵ ਵਚਨ ਹੀ ਨਹੀਂ ਮੰਨਦਾ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿ ਚੂਕ। ਚੂਕ ਦਾ ਭਾਵ ਘਾਟ। ਕਿਹੜੀ ਘਾਟ ਹੈ? ਵੀ ਇੱਕ ਕੰਨ ਸੁਣ ਕੇ ਦੂਜੇ ਕੰਨ ਕੱਢ ਦਿੰਦੇ ਆ। ਅੰਧੇ ਏਕ ਨਾ ਲੱਗੀ, ਕਹਿੰਦੇ ਅੰਧੇ ਨੂੰ ਇੱਕ ਵੀ ਨਹੀਂ ਗੁਰੂ ਦਾ ਵਚਨ ਲੱਗਦਾ। ਐਂ ਲੰਘ ਜਾਂਦਾ ਜੋ ਬਾਂਸ ਵਜਾਈ ਹੈ ਫੂਕ। ਜਿਵੇਂ ਬਾਂਸ ਵਿੱਚ ਫੂਕ ਮਾਰ ਗਈ ਨਾ, ਹਵਾ ਪਾਰ ਲੰਘ ਜਾਂਦੀ ਹੈ, ਕਿ ਵਿੱਚੋਂ ਥੋਥਾ ਹੁੰਦਾ ਨਾ, ਭਾਵ ਜਿਹੜੇ ਥੋਥੇ ਆ ਬਾਂਸ ਦੀ ਤਰ੍ਹਾਂ, ਵੀ ਗੁਰੂ ਦਾ ਵਚਨ ਟਿਕਦੇ ਨਹੀਂ ਅੰਦਰ, ਪਾਰ ਕੱਢ ਦਿੰਦੇ ਆ। ਤਾਂ ਤੇ ਵਚਨ ਜਿਹੜਾ ਨਹੀਂ ਮੰਨਦਾ ਭਾਈ ਕੋਈ ਇਲਾਜ ਨਹੀਂ।
बस गुरबाणी का वचन सुन लिया मन लिया बस रब की कृपा हो गई। क्योंकि गुरबाणी परमात्मा का ही रूप है। वाह वाह बाणी निरंकार है तिस जे बड़ा वरना कोई। इतिहास उदाहरण बहुत बारी दिती है। पिरथी चंद तीजे पातशाह का दोता है, चौथे पातशाह का पुत है, पंजवें पातशाह का भाई है, छेवें पातशाह का ताया है। चंद्रा पिरथी रह गया, कृपा होई नहीं। क्यों नहीं होई? क्योंकि चंद्रे ने वचन ही नहीं मन्या। बोलो सतनाम साचा सतगुर क्या करे। हाँ जी, आम जीवन की उदाहरण ले लो। पेशेंट है, रोगी है, डॉक्टर को चलेगा। डॉक्टर बड़ा काबला है, चेकअप किया, दसता भी शुगर वध है भाई, मिठा बनता, प्रिस्क्रिप्शन करती, आ दवाई खानी है। जे तू गुलाब जामुना जलेबियां नहीं खाणो हटदा, डॉक्टर तेरा की करे। बोलो सतनाम। डॉक्टर ने तो कृपा करती, बीमारी दसती, परहेज दसता, कृपा ही है ना। हुण वचन मन वाला कृपा होगी, तंदुरुस्ती मिल जू। जे डॉक्टर का वचन ही नहीं मनता तो डॉक्टर तेरा की करे। डॉक्टर साहब जी कृपा करो जी, तंदुरुस्ती बख्शो। डॉक्टर को तंदुरुस्ती कहना मैं तेरे मूँह च पा दियां टड्ड के। गल मेरी मन ला, तंदुरुस्ती तेरे अंदर ही है। बोलो सतनाम। सौखियां धारना सीधियां। तंदुरुस्ती किहड़ा डॉक्टर के डब्बे च बंद पई है भी तेरे मूँह च पा दे टड्ड के। वचन मनना तंदुरुस्ती मिल जाती है, कृपा होगी। किसान मेहनत करता है, कृपा हो जाती है, बलियां आ जाती, बलियां उही लाउंदा है। पर जे तू बीजेगा ना, मेहनत नहीं करेगा, बलियां नहीं लगदियां। बोलो सतनाम। हाँ जी, परमात्मा उन्हां दी सहायता करदा है जिहड़े अपनी सहायता आप करदे हैं। हुण सत्संग तू चल के आए हो, ध्यान नाल सुन रहे हो, सुन के मन लिया, बस रब दी कृपा होनी हो जानी है। रब कृपा होण ते देर लगदी होई नहीं ना, मनण ते देर लग जांदी है साडे। जिन्नी देर है साडे मनण विच है, कृपा होण ते देर नहीं लगदी। सूरज दरवाजे ते दस्तक दे रहा है। इशारा है, तां हम समझ गए ना। भाव के उठ, पर्दा हटा, दरवाजा खोल। सूरज दरवाजे ते दस्तक, वो तो कहना दरवाजा तो खोल, मैं तो उहदी अंदर आ जाऊंगा। बोलो सतनाम। पर दरवाजा खुलदा ही प्रकाश अंदर आ जाता। जो दरवाजा खुलदा प्रकाश अंदर आउंदा, फिर एकदम अनुभव आउंदा, हाँ कृपा होगी। हाँ प्रकाश का अंदर आ जाना ही कृपा है। बोलो सतनाम। पर उठ, दरवाजा खोल, पर्दा हटा, आ करना रमने। उठ, दरवाजा खोल। वो दरवाजा गुरु के ज्ञान ने खोलना है। आ संदेशा दो पट जड़े, इशारे काफी है गहरे है। आसा अंदेशा दो दरवाजे जड़े हुए, असी होर ही आशावां ते फिक्रां च जिउंदे हां। गुरु का ज्ञान मिल गया, इको ही आस रहेगी। कह रबदास आस लग जीवों, चिर पयो दर्शन देखे। बस आसा दिशा के दरवाजे खुल गए, फजूल दियां आसावां मर गईयां, फिक्र मुक गए, इको ही आस रहेगी, तू चाहिदा। बोलो सतनाम। कुछ नहीं चाहिदा, तू चाहिदा। आहा, बन गई ना गल, खुल गया, खुल गया। नहीं तो माया जल खाई, पानी घर बंधिया, सत कै आसन पुरख रहा। असी माया की खाई नहीं लंघते, असी पदार्थवाद के पानी ची तारियां लाने, आपां सारे मैं तुहाडे विच ही हैं। इस करके जो सतपुरुष सच दे आसन ते उत्थे तक पहुंचे नहीं जांदा। माया जल खाई पानी घर बंधिया, सत कै आसन पुरख रहा। चलो बड़ा गहरा ज्ञान है गुरबाणी का, जिन्ना किसी की सुरत जाती है। ठीक है, हाँ जी, गल चली सी कृपा दे उत्ते। कृपा तो हो रही है, कृपा ही कृपा है। तू कृपा का पात्र तो बनना। चलो आओ नाल नाल विचार करते चलिए। खुलिया कर्म, कृपा भाई ठाकुर, आह मालक की कृपा होगी, कर्म खुल गया, किस्मत जाग पी, कीर्तन हर हर गाई। बस वो मालक का जस गाउंदा है, मालक की कृपा होगी, कर्म खुल गया। अगली पंक्ति, सरम थाका पाए विसरामा, मिट गई सगली धाई। जो सच्चा ज्ञान मिलिया, रब्बी कृपा हुई, तो सारिਆਂ तो पहला तो खेचला मुक गई। हुण सरम थाका, सरम थाका पाए विश्रामा, विश्राम पा लिया, टका पा लिया।
ਮਿਟ ਗਈ ਸਗਲੀ ਧਾਈ, ਸਾਰੀ ਦੌੜ ਭੱਜ ਮੁੱਕ ਗਈ। ਦੌੜ ਭੱਜ ਦੇ ਵਿੱਚ ਬੜੀ ਖੇਚਲਾ ਹੁੰਦੀ ਸੀ ਨਾ, ਦੌੜ ਭੱਜ ਸਮਝ ਕੇ ਨਾ ਫਿਰ ਕਹਿਣਾ ਪੈਂਦਾ। ਪਹਿਲਾਂ ਕਦੇ ਚੇਲੇ ਕੰਨੀ ਭੱਜਦੇ ਸੀ, ਕਦੇ ਜੋਤਸ਼ੀ ਕੋਲੇ ਭੱਜਦੇ ਸੀ, ਕਦੇ ਬੂਬਣੇ ਦੇ ਡੇਰੇ ਭੱਜਦੇ, ਕਦੇ ਤਵੀਤ ਲੈਣ ਭੱਜਦੇ ਸੀ, ਕਦੇ ਅੱਗ ਦੇ ਵਿੱਚ ਚੀਜ਼ਾਂ ਫੂਕਣ ਭੱਜਦੇ ਸੀ, ਖਰਚ ਖੇਚਲਾ ਕਰਦੇ ਸੀ। ਗਿਆਨ ਤੋਂ ਬਿਨਾਂ ਅੱਗ ਦੇ ਭਗਤ ਬਣੇ ਹੋਏ ਸੀ ਵੀ ਕੀ ਅੱਗ ਕਿਰਪਾ ਹੋ ਜੀ। ਖੇਚਲਾ ਸੀ ਨਾ, ਕਿੰਨੀ ਦੌੜ ਭੱਜ ਸੀ। ਅੱਗ 'ਚ ਚੀਜ਼ਾਂ ਫੂਕੀ, ਅੱਗ ਨੂੰ ਕਿਹੜਾ ਸਵਾਦ ਆ ਗਿਆ ਦੇਸੀ ਘਿਓ ਦਾ, ਦੇਸੀ ਘਿਓ ਅੱਗ 'ਚ ਫੂਕਤਾ, ਖੋਪਾਂ ਸਿੱਟਤਾ ਅੱਗ 'ਚ, ਚੁਹਾਰੇ ਸਿੱਟਤੇ, ਸੌਗੀ ਅੱਗ ਨੂੰ। ਅੱਗ ਦੇ ਭਗਤ 100 ਸਾਲ ਅੱਗ ਦੀ ਪੂਜਾ ਕਰੀ ਚੱਲ, ਇੱਕ ਦਿਨ ਅੱਗ ਵਿੱਚ ਡਿੱਗ ਗਿਆ, ਉਦੀ ਫੂਕ ਕੇ ਰੱਖ ਦੂ, ਉਹਨੂੰ ਕੀ ਪਤਾ ਵੀ ਮੇਰਾ ਭਗਤ ਹੈ। ਬੋਲੋ ਸਤਨਾਮ। ਫਜ਼ੂਲ ਦੀ ਦੌੜ ਭੱਜ ਸੀ। ਹਵਨ ਕਰਦੇ ਲੱਗਾ, ਚੀਜ਼ਾਂ ਹੀ ਫੂਕਤੀਆਂ ਅੱਗ 'ਚ, ਅੱਗ 'ਚ ਹੀ ਫੂਕਤੀਆਂ, ਅੱਗ ਦੇ ਭਗਤ ਬਣ ਗਏ। ਦੱਸੋ ਕਿੰਨੀ ਦੌੜ ਭੱਜ ਸੀ। ਕੋਈ ਜੋਤਸ਼ੀ ਮਗਰ ਲਾ ਕੇ ਪਾਣੀ ਵਿੱਚ ਚੀਜ਼ਾਂ ਸੁੱਟਣ ਭੱਜਦਾ। ਦੌੜ ਭੱਜ ਬਹੁਤ ਹੈ, ਗਿਆਨ ਤੋਂ ਬਿਨਾਂ ਹੈਗੀਆਂ ਨਾ। ਕਹਿੰਦੇ ਵੀ ਵਰਨ ਦੇਵਤੇ ਦੀ ਸੇਵਾ ਕਰ ਲੋ, ਪਾਣੀ ਵਿੱਚ ਮਹਾਂ ਦੀ ਦਾਲ ਪਾ ਦੇ, ਪਾਣੀ ਵਿੱਚ ਨਾਰੀਅਲ ਸੁੱਟ ਦੇ। ਕਮਲੀ ਦੁਨੀਆ ਪਾਣੀ ਚੀਜ਼ਾਂ ਸੁੱਟੀ ਜਾਂਦੀ ਹੈ, ਗਿਆਨ ਤੋਂ ਬਿਨਾਂ ਕਮਲੀ ਦੁਨੀਆ ਪਾਣੀ ਦੀ ਕਿੱਲ ਸਿੱਟ ਤੇ, ਲੋਹੇ ਦੇ ਮਹਾਂ ਦੀ ਦਾਲ ਸਿੱਟਤੀ, ਪਾਣੀ 'ਚ ਨਾਰੀਅਲ ਸਿੱਟਤਾ। ਦੱਸੋ ਅਖਬਾਰ 'ਚ ਮੈਂ ਪੜ੍ਹੀ ਇੱਕ ਵਾਰੀ ਖਬਰ, ਕਹਿੰਦੇ ਕੱਲੀ ਲੁਧਿਆਣੇ ਵਾਲੀ ਨਹਿਰ ਦੇ ਵਿੱਚ ਆਏ ਮੰਗਲਵਾਰ ਕਹਿੰਦੇ 1 ਲੱਖ ਦੀ ਸਮੱਗਰੀ ਪੈ ਜਾਂਦੀ ਹੈ। ਕੱਲੇ ਲੁਧਿਆਣਾ ਨਿਵਾਸੀ ਲੁਧਿਆਣੇ ਨਹਿਰ ਦੇ ਵਿੱਚ 1 ਲੱਖ, ਇੱਕ ਹਫ਼ਤਾ ਤੇ ਮਹੀਨੇ ਦੀ ਕਿੰਨੀ ਹੋ ਗਈ ਜੀ? 4 ਲੱਖ, ਤੇ ਸਾਲ ਦਾ ਤਕਰੀਬਨ 50 ਲੱਖ ਹੋ ਗਿਆ, 48 ਲੱਖ। ਕੱਲੀ ਲੁਧਿਆਣੇ ਵਾਲੀ ਨਹਿਰ ਦੇ ਵਿੱਚ ਜੋਤਸ਼ੀਆਂ ਮਗਰ ਲੱਗ ਕੇ, ਤੇ ਪੂਰੀ ਕੈਲਕੂਲੇਸ਼ਨ ਤਾਂ ਕਿੱਥੇ ਜਾਊਗੀ ਹੈ ਨਾ। ਗਿਆਨ ਤੋਂ ਬਿਨਾਂ ਨਹੀਂ, ਇਹ ਖੇਚਲਾ ਹੈ, ਇਹ ਭੱਜ ਦੌੜ ਹੈ। ਮਿਲਣਾ ਕੀ ਹੈ? ਸਮਾਂ, ਸ਼ਕਤੀ, ਸਰਮਾਇਆ ਖਰਾਬ ਹੋਈ ਜਾਂਦਾ। ਬੜੀ ਭੱਜਦੀ ਆ ਦੁਨੀਆ, ਕੋਈ ਜੋਤਸ਼ੀ ਕੋਲੇ ਭੱਜਦਾ, ਕੋਈ ਚੇਲੇ ਕੋਲੇ ਭੱਜਦਾ, ਕੋਈ ਕਿੱਧਰ ਭੱਜਦਾ, ਖਰਚ ਕਰੀ ਜਾਂਦੇ, ਡਰਦੇ ਫਿਰਦੇ ਆ। ਉਧਰ ਹੋ ਗਿਆ, ਨਜ਼ਰ ਲੱਗੀ ਲੱਗਦੀ ਹੈ, ਝਾਕਣਾ ਹੋ ਗਈ ਲੱਗਦੀ ਹੈ। ਤਾਂ ਤੇ ਇਹ ਸਾਰੀ ਦੌੜ ਭੱਜੀ ਮੁੱਕ ਜੂਗੀ। ਗਿਆਨੀ ਬਾਣੀ ਦੇ ਗਿਆਨ ਨਾਲ ਜੁੜ ਜਾਓ। ਬਹੁਤ ਵਾਰ ਦੱਸਿਆ ਵੀ ਕਿਸੇ ਚੇਲੇ ਵਿੱਚ ਕੋਈ ਪਾਉਣ ਨਹੀਂ ਆਉਂਦੀ, ਵਾਰੀ ਦੱਸਣੀਆਂ ਪੈਂਦੀਆਂ ਗੱਲਾਂ। ਇਹ ਤੁਸੀਂ ਪੁੱਛੋਗੇ ਕਿਉਂ ਨਹੀਂ ਆਉਂਦੀ? ਪ੍ਰਮਾਣ ਬਾਣੀ ਦੇ ਦੇਣੇ ਆਪਾਂ। ਸਰਬੰਗ ਸਾਚਾ ਏਕ ਹੈ, ਦੂਜਾ ਨਹੀਂ ਕੋਈ, ਦੂਜਾ ਕੋਈ ਹੈ ਨਹੀਂ। ਆਉਣਾ ਕਿਹਨੇ, ਕਿਹਦੇ ਵਿੱਚ ਹੈ ਹੀ ਨਹੀਂ ਕੋਈ ਦੂਜਾ। ਸਿੱਧ ਹੋ ਗਿਆ। ਉਹ ਤਾਂ ਇੱਕ ਪ੍ਰੈਕਟਿਸ ਹੈ, ਕਹਿੰਦਾ ਸਿਰ ਘਕਾਉਣ ਦੀ, ਬਾਹਾਂ ਘਕਾਉਣ ਦੀ। ਦੂਜਾ ਹੈ ਹੀ ਨਹੀਂ ਕੋਈ, ਆਊ ਕਿੱਥੋਂ? ਹਰ ਬਾਣੀ ਦੇ ਪ੍ਰਮਾਣ ਹੋਰ ਲੈ ਲਓ। ਕਾਰਨ ਪ੍ਰਭ ਏਕ ਹੈ, ਦੂਸਰ ਦੂਜਾ ਤਾਂ ਕੋਈ ਹੈ ਹੀ ਨਹੀਂ। ਦੂਸਰ ਨਹੀਂ ਕੋਈ, ਨਾਨਕ ਤਿਸ ਬਲਿਹਾਰ ਨਾ ਜੜ ਫਲ ਮਹੀ ਵਾਲਾ। ਸੋ ਰਹਿ ਰਾਹ 'ਚ ਵੀ ਪੜ੍ਹੇ ਆਪਾਂ, ਤੂੰ ਦਰਿਆਓ ਸਭ ਤੁਝ ਹੀ, ਮਾਹੇ ਤੁਝ ਬਿਨ ਦੂਜਾ ਕੋਈ ਨਾ। ਪੈ ਗਿਆ ਭੁਗ ਸਭ ਦਾ, ਤੁਝ ਬਿਨ ਦੂਜਾ ਕੋਈ ਨਾ ਹੈ। ਪਰ ਅਸੀਂ ਮੰਨਦੇ ਨਹੀਂ ਗੁਰੂ ਦੀ ਗੱਲ ਨੂੰ। ਮੰਨੋ ਤਾਂ ਸਹੀ, ਪੜ੍ਹੀ ਤਾਂ ਜਾਂਦੇ ਆ। ਜੇ ਪੜ੍ਹ ਕੇ ਮੰਨ ਲਈਏ ਤਾਂ ਪੜ੍ਹਨਾ ਮੁਬਾਰਕ ਹੈ, ਜੇ ਪੜ੍ਹ ਕੇ ਮੰਨਿਆ ਨਹੀਂ ਤਾਂ ਪੜ੍ਹੇ ਦਾ ਕੀ ਲਾਭ ਹੋਇਆ? ਹੁਣ ਦੂਜਾ ਨਾ ਹੀ ਕੋਈ ਤਾਂ ਪੜ੍ਹ ਲਿਆ ਨਾ, ਦੂਜੇ ਪਾਸੇ ਮੂੰਹ ਚੱਕੀ ਖਰੇ। ਪਾਠ ਕਰੀ ਗਏ, ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੀ ਕੋਈ। ਪਰ ਮਨ ਨੇ ਨਹੀਂ ਮੰਨਿਆ। ਮਨ ਕੀ ਕਹਿੰਦਾ ਰਿਹਾ? ਨਹੀਂ ਜੀ, ਸਾਰਾ ਕੁਛ ਹੀ ਹੈਗਾ ਜੀ। ਭਾਵ ਕਿ ਮਨ ਗੁਰੂ ਦੀ ਬਾਣੀ ਨੂੰ ਜੀਭ ਕਹੀ ਗਈ, ਦੂਸਰ ਨਾ ਹੀ ਕੋਈ। ਮਨ ਕਹੀ ਗਿਆ ਸਾਰਾ ਕੁਛ ਹੀ ਹੈਗਾ। ਬੋਲੋ ਸਤਨਾਮ। ਮਨ ਦੇ ਅੰਦਰ ਹੀ ਨਹੀਂ ਜਾਂਦਾ ਗੁਰੂ। ਮਨ 'ਚ ਥੋੜਾ ਉਤਰਿਆ ਗੁਰੂ। ਮਨ ਤਾਂ ਵਿਰੋਧੀ ਹੈ ਗੁਰੂ ਦਾ, ਅੰਦਰ ਆਉਂਦੀ ਨਹੀਂ। ਜੀਵ ਤੇ ਰਹਿ ਗਿਆ, ਦੂਸਰ ਨਾ ਹੀ ਕੋਈ। ਮਨ 'ਚ ਤਾਂ ਨਹੀਂ ਉਤਰਿਆ। ਜਦੋਂ ਮਨ ਵਿੱਚ ਉਤਰ ਗਿਆ, ਸਾਰੀ ਦੌੜ ਭੱਜ ਖਤਮ। ਇਹ ਗੱਲ ਸਮਝਿਓ, ਸਾਰੀ ਦੌੜ ਭੱਜ ਖਤਮ। ਨਾ ਬੀਬੀਆਂ ਵਾਲੇ ਪਾਸੇ ਕੀ ਹਲਚਲ ਸ਼ੁਰੂ ਹੋ ਗਈ। ਸੋ ਗੱਲ ਚੱਲੀ ਸੀ ਵੀ ਗੁਰੂ ਦੀ ਗੱਲ ਨੂੰ ਮਨ ਵਿੱਚ ਲੈ ਜਾਓ, ਮਨ ਕਰਕੇ ਮੰਨ ਲਓ। ਕਈਆਂ ਦਾ ਮਨ ਸਾਰੇ ਨਹੀਂ ਕਹਿੰਦਾ, ਪਿਆਰ ਵਾਲੀ ਸੰਗਤ ਬੈਠੇ ਹੋ, ਬਹੁਤਿਆਂ ਦਾ ਮਨ ਹੀ ਨਹੀਂ ਮੰਨਦਾ ਗੁਰੂ ਦੀ। ਸੁਣ ਵੀ ਲੈਂਦੇ ਹਾਂ, ਜੀਭ ਵੀ ਚਲੋ ਕਈ ਤਾਂ ਪੜ੍ਹਦੇ ਨਹੀਂ, ਚਲੋ ਪੜ੍ਹ ਵੀ ਲੈਂਦੀ ਹੈ ਜੀਭ, ਚਲੋ ਜੀਭ ਨਾਲ ਨਹੀਂ ਪੜ੍ਹਿਆ, ਕੰਨਾਂ ਨਾਲ ਸੁਣ ਲਿਆ ਕੇ। ਪਰ ਕਈ ਸੁਣ ਕੇ ਵੀ ਮਨ ਨਹੀਂ ਮੰਨਦਾ ਕਈਆਂ ਦਾ। ਸੁਣ ਤਾਂ ਲਿਆ ਕੰਨਾਂ ਨੇ, ਦੂਸਰ ਨਾ ਹੀ ਕੋਈ। ਮਨ ਕਹਿੰਦਾ ਨਾ ਚੀਜ਼ਾਂ ਤਾਂ ਸਾਰੀਆਂ ਨਾ ਪਾਈਆਂ, ਮੈਂ ਤਾਂ ਨਹੀਂ ਗੱਲਾਂ ਬਣਾਈਆਂ, ਹੈਗਾ ਤਾਂ ਸਾਰਾ ਕੁਛ ਹੀ ਹੈ। ਕਰ ਲਾ ਕਿਉਂ ਪੜ੍ਹਨਾ, ਬਣਾ ਕੇ ਦਿਖਾਓ ਮਨ ਨੂੰ। ਤਾਂ ਮਨ ਇਹੀ ਕਹਿੰਦਾ ਵੀ ਗੁਰੂ ਸਾਹਿਬ ਤਾਂ ਐਵੇਂ ਕਹੀ ਜਾਂਦੇ, ਦੂਸਰ ਨਾ ਹੀ ਕੋਈ। ਨਾ ਜੀ, ਸਾਰਾ ਕੁਛ ਹੀ ਹੈਗਾ। ਮੰਨਦਾ ਹੀ ਨਹੀਂ। ਬਣਾ ਕੇ ਦਿਖਾ ਦੇ। ਜੇ ਮੰਨ ਜੇ ਵੱਡੇ ਭਾਣ, ਮੰਨੇ ਕੀ ਗੱਲ? ਇਹ ਤਾਂ ਕਹੀ ਨਹੀਂ ਜਾ ਸਕਦਾ ਕੀ ਅਵਸਥਾ ਬਣਨੀ ਉਹਨੂੰ ਮੰਨਣੇ ਮੰਨ ਲੈ ਉਹਨੂੰ।
मन्ने की गत कही ना जाए, जे को कहे पिछा पछताए, कागद कलम न लिखन हर मन्ने का वह करने विचार। ऐसा नाम निरंजन होए, जे को मन जाने मन कोई मन करके मनता लगे। जो पढ़ते हैं मनो, सो इन्ने प्रमाण हो गए। होर ले लो प्रमाण तो जिन्हें मर्जी ले चलो बाणी दे विचों, पर मनो किते लिखिया बाणी तुद वे ना दूजा ना ही कोई। तू करतार करें सो होए, तेरा जोर तेरी मन टेक, सदा सदा जप नानक एक एक। ये पढ़ भी लो जे याद रह जे तो। खुद बिन दूजा नाही कोई, खुद बिन दूजा नाही कोई, खुद बिन दूजा नाही कोई, खुद बिन दूजा नाही कोई। करतार करें सो होए, करतार करी सो होए, खुद बिन दूजा नाही कोई, खुद बिन दूजा नाही कोई। तेरा जोर तेरी मान टेक, तेरा जोर तेरी मान टेक, सदा सदा जप नानक एक, सदा सदा जप नानक एक। खुद बिन दूजा नाही कोई, खुद बिन दूजा नाही कोई। करतार करें सो होए, करतार करी सो होए, खुद बिन दूजा नाही कोई, खुद बिन दूजा नाही कोई। वाहिगुरू। बस बाणी की गल मन लई रब की किरपा होगी, दौड़ भज मुक गई भाई। जिन्हें मनना नहीं भाई उन्हें फिर तुरी फिरना, उत्ते कादी किरपा होनी है। इस करके मन लो जो गुरबाणी है एक एक वचन सत है। सतगुर की बाणी सत सत कर जानो, गुर सिखो हर करता आप मोह कढ़ाए। दौड़ भज मुक गई, बस सिद्ध हो गया जी। दूजी कोई चीज ही नहीं, इत्थे गल ही खत्म है। बाकी लुट जाल है सारा। जिन्नी लुट देवी देवते बाबे पीरां दे नां ते भारत देश विच हुंदी है, इन्नी लुट पूरी दुनिया च किते नहीं हुंदी। मैं अखीं देखिया, जिथे जिथे भी गया प्रचार दौरे ते, तकरीबन वर्ल्ड विच मैं घुम के देख लिया कि इन्नी लुट किसी भी देश विच नहीं, जिथे भी मैं गया। जिन्नी लुट भारत विच धर्म दे नां ते है। धर्म दे नां ते लुट देखो, कमाल हो गई। धर्म तां सच दी भाल है ना, इत्थे धर्म दे नां ते लुट हो रही है। ये लुट जाल है सारे बाबे पीरां दा, चेले चपटियां दा, जोतसियां बूबणियां दा। ये लुट जाल तो बचो। ये निंदा ना किते कह दिओ, साडा किसी ना कोई वट दा रौला नहीं। ये सच है कि लुट जाल है सारा। इत्थे प्रण कर लो, जिंदगी च कदे किसी चेले कोले पुछ लैण नहीं जाना, पाउण नां दी कोई चीज नहीं। कदे भी किसी बूबणे दे डेरे कोई तबीत धागा नहीं लैण जाना, कोई किसी तबीत धागे च कोई ताकत नहीं। कदे भी किसी जोतशी कोल हथ नहीं दिखाना। जोतश नां दी कोई चीज दुनिया ते नहीं। जोतश की है? पांडे दा झूठ। गुरबाणी च लिखिया होया जी हर गल। गुरु नानक बाबा जी का वचन है रामकली राग दे विच, ये भी पढ़ लो। झूठ ना बोल पांडे सच कहिया, झूठ ना बोल पांडे सच कहिया,
ਝੂਠ ਨਾ ਬੋਲ ਪਾਂਡੇ ਸੱਚ ਕਹੀਐ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਹਉਮੈ ਜਾਏ ਸ਼ਬਦ ਘਰ ਲਹੀਐ ਹਉਮੈ ਜਾਏ ਸ਼ਬਦ ਘਰ ਲਹੀਐ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਸਾਹਾ ਗਣ ਨ ਕਰੇ ਵਿਚਾਰ ਸਾਹੇ ਉਪਰ ਏਕੰਕਾਰ ਸਾਹਾ ਗਣ ਨ ਕਰੇ ਵਿਚਾਰ ਸਾਹੇ ਉਪਰ ਏਕੰਕਾਰ ਗਣ ਗਣ ਜੋਤਕ ਕਾਂਡੀ ਕੀਨੀ ਪੜੈ ਸੁਣਾਵੈ ਤਤ ਨ ਚੀਨੀ ਗਣ ਗਣ ਜੋਤਕ ਕਾਂਡੀ ਕੀਨੀ ਪੜੈ ਸੁਣਾਵੈ ਤਤ ਨ ਚੀਨੀ ਹਉਮੈ ਜਾਏ ਸ਼ਬਦ ਘਰ ਲਹੀਐ ਹਉਮੈ ਜਾਏ ਸ਼ਬਦ ਘਰ ਲਹੀਐ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਵਾਹਿਗੁਰੂ। ਇਹ ਰਾਮਕਲੀ ਰਾਗ ਦੇ ਵਿੱਚ ਗੁਰੂ ਨਾਨਕ ਬਾਬਾ ਜੀ ਦੇ ਬਚਨ ਹੈ। ਗੁਰੂ ਜੀ ਕਹਿੰਦੇ ਝੂਠ ਨਾ ਬੋਲ ਪਾਂਡੇ ਸੱਚ ਕਹੀਐ। ਕਹਿੰਦੇ ਪਾਂਡੇ ਝੂਠ ਨਾ ਬੋਲਿਆ ਕਰ, ਸੱਚੀ ਗੱਲ ਕਰ ਲਿਆ ਕਰ। ਸਿੱਧ ਹੋ ਗਿਆ ਨਾ ਵੀ ਪਾਂਡਾ ਝੂਠਾ ਹੈ। ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਕਿਹੜਾ ਪਾਂਡਾ ਭਲੇਖਾ ਨਾ ਖਾ ਜੋ ਥੋੜਾ ਸਪਸ਼ਟ ਕਰ ਦੇਵਾਂ। ਜਿਹੜਾ ਲੋਕਾਂ ਨੂੰ ਭਰਮ ਚ ਪਾ ਕੇ ਲੁੱਟਦਾ। ਬਰਾਦਰੀ ਦਾ ਵਿਰੋਧ ਨਹੀਂ ਕਿਤੇ ਭਲੇਖਾ ਖਾ ਜੋ। ਸਾਡਾ ਕਿਸੇ ਵਿਅਕਤੀ ਜਾਂ ਬਰਾਦਰੀ ਨਾਲ ਕੋਈ ਵਿਰੋਧ ਨਹੀਂ। 11 ਭੱਟ ਸਾਹਿਬਾਨ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ। ਸੱਚ ਨਾਲ ਜੁੜੀਆਂ ਰੂਹਾਂ, ਜਾਤੀਵਾਦ ਦੇ ਪਿੰਜਰੇ ਵਿੱਚੋਂ ਬਾਹਰ ਨਿਕਲੀਆਂ ਰੂਹਾਂ। ਭੱਟ ਸਾਹਿਬਾਨ ਗੁਰੂ ਦੇ ਨਾਲ ਹੀ ਬੈਠੇ ਆ। ਭਗਤ ਜੈਦੇਵ ਜੀ, ਭਗਤ ਤਰਲੋਚਨ ਜੀ, ਭਗਤ ਬੇਣੀ ਜੀ, ਭਗਤ ਪਰਮਾਨੰਦ ਜੀ ਆਦਿਕ ਇਹਨਾਂ ਭਗਤਾਂ ਦਾ ਵੀ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ। ਪਰ ਇਹ ਪੁਜਾਰੀ ਪਾਂਡੇ ਨਹੀਂ, ਇਹ ਰੱਬ ਦੇ ਸੱਚੇ ਭਗਤ ਹੈ ਤੇ ਗੁਰੂ ਦੇ ਨਾਲ ਹੀ ਬੈਠੇ ਆ। ਕਿਉਂ? ਕਿਉਂਕਿ ਸੱਚ ਯੂਨੀਵਰਸਲ ਹੁੰਦਾ ਹੈ, ਸੱਚ ਵਿਸ਼ਵ ਵਿਆਪੀ ਹੁੰਦਾ ਹੈ, ਸੱਚ ਸਰਬ ਸਾਂਝਾ ਹੁੰਦਾ ਹੈ, ਸੱਚ ਬ੍ਰਹਿਮੰਡੀ ਹੁੰਦਾ ਹੈ। ਸੱਚ ਨੂੰ ਜਾਤਾਂ, ਗੋਤਾਂ, ਵਰਨਾਂ, ਮਜ਼੍ਹਬਾਂ, ਦੇਸਾਂ, ਨਸਲਾਂ ਦੇ ਵਿੱਚ ਵੰਡਿਆ ਨਹੀਂ ਜਾ ਸਕਦਾ। ਸੱਚ ਅਣਵੰਡਿਆ ਹੁੰਦਾ ਹੈ। ਤਾਈਓ ਸਾਰੇ ਸਤਿਪੁਰਸ਼ ਇੱਕੋ ਮੰਜੀ ਸਾਹਿਬ ਤੇ ਸੁਸ਼ੋਭਿਤ ਹਨ ਗੁਰੂ ਗ੍ਰੰਥ ਸਾਹਿਬ ਵਿੱਚ। ਬੋਲੋ ਸਤਨਾਮ। ਸੋ ਇੱਕ ਹੈ ਪਾਂਡਾ ਜਿਹੜਾ ਭਰਮ ਚ ਪਾ ਕੇ ਲੁੱਟਦਾ ਹੈ, ਲੁੱਟਣ ਵਾਲੀ ਦੀ ਗੱਲ ਹੈ। ਸੋ ਜਿਹਨੂੰ ਸੱਚ ਸਮਝ ਆ ਗਿਆ ਉਹ ਜਾਤ ਗੋਤ ਦੇ ਪਿੰਜਰੇ ਵਿੱਚੋਂ ਨਿਕਲ ਜਾਂਦਾ ਹੈ। ਜੇ ਤੁਸੀਂ ਚਾਹੁੰਦੇ ਹੋ ਸਾਡੀ ਸੁਰਤ ਸੱਚ ਦੇ ਆਕਾਸ਼ ਵਿੱਚ ਉਡਾਰੀ ਲਾਵੇ, ਜਾਤੀਵਾਦ ਦੇ ਪਿੰਜਰੇ ਤੋਂ ਬਾਹਰ ਨਿਕਲਣਾ ਪਊਗਾ, ਬਰਾਦਰੀਆਂ ਦੇ ਪਿੰਜਰੇ ਤੋਂ ਬਾਹਰ ਨਿਕਲਣਾ ਪਊਗਾ। ਦਾਸ ਦਾ ਪ੍ਰੈਕਟੀਕਲ ਤਜਰਬਾ ਹੈ। ਜੇ ਤੁਸੀਂ ਚਾਹੁੰਦੇ ਹੋ ਸਾਡੀ ਸੁਰਤ ਵਿੱਚ ਸੱਚ ਖੁੱਲੇ ਤਾਂ ਤੁਹਾਨੂੰ ਲੋਕ ਲਾਜ ਤੋਂ ਉੱਪਰ ਉੱਠਣਾ ਪਊਗਾ। ਲੋਕਾਂ ਕੰਨੀ ਕੰਨ ਨਹੀਂ ਰੱਖਣਾ ਵੀ ਲੋਕ ਕੀ ਕਹਿੰਦੇ ਐ, ਗੁਰੂ ਕੰਨੀ ਕੰਨ ਰੱਖਣਾ ਵੀ ਗੁਰੂ ਜੀ ਕੀ ਕਹਿੰਦੇ ਐ। ਬੋਲੋ ਸਤਨਾਮ। ਹਾਂਜੀ, ਲੋਕ ਤਾਂ ਕੁਛ ਕਹੀ ਜਾਣਗੇ, ਲੋਕਾਂ ਦਾ ਸੁਭਾਅ ਹੀ ਹੈ। ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ। ਉਹ ਦੁਨੀਆ ਕੰਨੀ ਕੰਨ ਰੱਖਿਆ ਕਰ, ਕੰਨ ਰੱਖਿਆ ਕਰ ਗੁਰੂ ਵੱਲ। ਲੋਕ ਲਾਜ ਛੱਡਣੀ ਪੈਂਦੀ ਹੈ ਜੀ। ਜੇ ਚਾਹੁੰਦੇ ਹੋ ਸੱਚ ਨਾਲ ਜੁੜੇ ਧਿਆਨ, ਜਾਤੀਵਾਦ ਦੇ ਪਿੰਜਰੇ ਚੋਂ ਬਾਹਰ ਨਿਕਲਣਾ ਪੈਂਦਾ ਹੈ। ਤੇ ਤੀਜਾ, ਆਪਣੇ ਖਿਆਲਾਂ ਦੀ ਕੈਦ ਵਿੱਚੋਂ ਬਾਹਰ ਨਿਕਲਣਾ ਪੈਂਦਾ ਹੈ। ਬਹੁਤ ਦੁਨੀਆ ਆਪਣੇ ਹੀ ਖਿਆਲਾਂ ਦੀ ਕੈਦ ਵਿੱਚ ਮਰ ਜਾਂਦੀ ਹੈ। ਜਿਹੜੇ ਖਿਆਲ ਇੱਧਰੋਂ ਉੱਧਰੋਂ ਸੁਣ ਸੁਣ ਕੇ ਬਣੇ ਹੁੰਦੇ ਆ ਨਾ, ਉਹੀ ਖਿਆਲਾਂ ਦੀ ਕੈਦ ਵਿੱਚ ਦੁਨੀਆ ਮਰ ਜਾਂਦੀ ਹੈ। ਆਪਣੇ ਖਿਆਲਾਂ ਦੀ ਕੈਦ ਵਿੱਚੋਂ ਬਾਹਰ ਨਿਕਲੋ, ਜਾਤੀਵਾਦ ਦੇ ਪਿੰਜਰੇ ਵਿੱਚੋਂ ਬਾਹਰ ਨਿਕਲੋ,
लोक लाज तो उपर उठो, फिर देखो किवें सच प्रगट हुंदा अंदर ते किवें कर्म खुलदा है, किवें दौड़ भज मुकदी है, किवें विश्राम अंदर दा टका शांति मिलदा है, बख्शिश होगी। सो इन्हां पंक्तियां ते विचार चल रही है। श्रम थाका पाए विश्रामा, मिट गई सगली ताई। सो आओ गुरु जी कहते जोत झूठ है, दौड़ भज मुक गई ना, फिर किसी जोतशी कल नहीं भजांगे। झूठ ना बोल पांडे, सच कहिए। गुरु जी कहते गण गण जोत कांडी कीनी, पढ़िया सुनावै तत ना चीनी। इसे शब्द विच है ना बचन। गुरु जी कहते जिहड़ी पांडे ने ना पत्तरी कढ़ के, कांडी पत्तरी नूं कहंदे गण गण दा भाव गिण गिण के, भाव जोड़ घटाओ ला ला के, जो ने जोत छला लिया। गण गण जोत कांडी कीनी, पढ़िया सुनावा, जो पढ़ के सुनाता तत ना चीनी। इन्हें असलियत नहीं जानी। गुरु बाबा जी कहते पांडे दी पत्तरी विच, पांडे दी गिणती विच, पांडे दे जोतश विच कोई सच नहीं, पांडा झूठ बोलदा है। नहीं लिखा दसो हुण क्यों नहीं पता लग्या ना गल्लां दा भैण भरावां नूं, क्योंकि असीं बाणी तां विचार ही छड्ड दित्ती। गुरद्वारिआं च बाणी दी तां कथा ही बनदा है, किते विरले थां चलदी होई जी, विरले थां नूं छड्ड के कथा ही बनदा है। बाणी दी तां नोट वोट दा प्रैशर पिਆ खड़ा कई थावां ते, सारे थावां ते नहीं कहा, कई थावां ते तां सुरत तां फसी पई हैगी, किसी दी गोलक च सुरत फस गई, किसी दी दुध दी बाल्टी च फस गई, किसी दी वोटां च फस गई। वो देखो किते वोटां ना तोड़ दे, देखो किते माइयां गुस्से ना ते दुध ना पाउण, देखो किते गोलक ना घट दिओ, लोक ना गुस्से हो जाण। ले दस दस लै दस नोट वोट दा प्रैशर ही पै गया, कमाल दी गल। इस करके इन्हां गल्लां नूं समझिओ। सच सच राह तुरने छड्ड दे, इह प्रैशर छड्ड दे खड़ा। सो अज गुरबाणी दे सच ते नोट वोट का प्रैशर पै रहा बहुत थावां ते। बाणी की गल कहण तो डरी जाते हैं, पता नहीं गल की है। 10 नूं 17 साल हो गए बाणी की गल ठोक बजा के कहंदे नूं, आ देख लो मेरे ते की बंब चलाता किसी ने। हाँ भी कहना ही पैंदा ना, आत्मविश्वास नाल गल कीती है, पूरी दुनिया च गल कीती असीं बाणी दे सच दी, साडे तां सामने कोई खड़िया नहीं। हाँ फोना ते धमकियां धमकियां देण वाले बथेरे हुंदे, गिदड़ भूकां वाले तो बहुत आउंदियां, वो तो बहुत आउंदियां हुंदियां। इस करके इन्हां गल्लां नूं समझना है। सो गुरबाणी के सच नाल जुड़ के मालक दा जस गाया, सतसंग च आए, मालक की कृपा होगी, किस्मती जाग पी। बस दौड़ भाजी मुक गई, सारी खिचल ही मुक गई, ऐन टकाई आ गया। चलो 2 पंक्तियां दी विचार होगी जी शुरू दे विच ने शब्द दी। पहला इत्थे शब्द दा पहला पद पूरा हो गया, एक बारी होर पढ़ लो। खुलिया कर्म कृपा भई ठाकुर, कीर्तन हर हर गाई। श्रम थाका पाए विश्रामा, मिट गई सगली ताई। सारी दौड़ भज मुक गई, सारी खिचला मुक गई, अंदर टका आ गया, शांति पाली, किस्मती जाग पी, मालक दा जस गाउंदे। अगली पंक्ति, अब मोहे जीवन पद भी पाई। हुण मैं जीवन की पदवी प्राप्त कर ली, आत्मक जीवन मैनू मिल गया। आप मोही हुण मैनू पता लग्या भी जिउणा की आ। पहला तो अन्न फूकण नहीं जिउणा समझी जाता सी, भी खा लिया पी लिया मच के निकल गया भी जिउं रहे हैं। मैनू जीवन की पदवी तो हुण मिली है, मैनू तो हुण पता लग्या। पहला तो एवें अन्न ही फूकी जाते सी, बोलो सतनाम। कई अन्न फूकण नहीं जिउणा समझते हैं। अन्न फूकना थोड़ा जिउणा, तो लोड़ है शरीर की, ठीक है। अन्न फूकना जिउणा नहीं, तो मोटर गड्डियां भी तेल फूकदियां। तां जिउणा है मालक नाल जुड़ के जिउणा। हुण मैनू आत्मक जीवन मिलिया। आहा हुण नहीं तो असीं सच नालों टुट के लोथी तुरियां फिरदे हां। गुरु बाबा जी कहते सो जीविया जिस मन वसिया सोई, नानक आवर ना जीविया कोई। गुरु जी कहते होर कोई नहीं जिउंदे, बाकी तो सब लोथां तुरियां फिरदे। एक लोथ है, शरीर दे श्वास पूरे हो गए, 4 भरा चुक के लैके जांदे ने शमशान भूमि। वो लोथ सारियां ने बनना है, क्यों जमन मरना हुक्म है भाणे आवाजाए। शरीरक मौत माड़ी नहीं, क्यों तो आउणी आउणी है सब नूं। एक मौत है जमीर की मौत, मर जाता है मनुख सच नाल टुट के। फिर की हुंदा है, फिर अपनी लोथ आप ही चक्की फिरदा है। 4 भरा लोथ चुकणगे एक दिन, तो रब दा हुक्म है आप दी लोथ आप चुकनी माड़ी गल है। आप दी लोथ ही चक्की फिरदे, नहीं तो जो सच पल्ले नहीं। आखां जीवां विसरै मर जाऊं, आखना औखा। आओ ये पंक्ति भी पढ़ लो।
आखां जीवां बिसरै मर जाऊं, 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 आखण औखा साचा नाम, आखण औखा साचा नाम, आखां जीवां बिसरै मर जाऊं, आखां जीवां बिसरै मर जाऊं। ਵਾਹਿਗੁਰੂ। ਹੁਣ ਮੈਨੂੰ ਮਾਲਕ ਨਾਲ ਜੁੜ ਕੇ ਜੀਵਨ ਦੀ ਪਦਵੀ ਮਿਲ ਗਈ, ਆਤਮਿਕ ਜੀਵਨ ਮਿਲ ਗਿਆ, ਆਬ ਮੋਹੇ ਜੀਵਨ ਪਦਵੀ ਪਾਈ। ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਨਾਈ ਰਹਾਓ। ਰਹਾਓ ਦਾ ਜਿਹੜਾ ਪਦ ਹੈ ਇਹ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਨਿਚੋੜ ਕਹਿ ਲੋ, ਸਾਰਾਂਸ਼ ਕਹਿ ਲੋ, ਅੰਗਰੇਜ਼ੀ ਚ ਕਹਿੰਦੇ ਹਾਂ ਸੈਂਟਰਲ ਆਈਡੀਆ। ਸੋ ਰਹਾਓ ਦੀ ਪੰਕਤੀ ਵਿੱਚ ਕੀ ਦੱਸਿਆ ਵੀ ਹੁਣ ਮੈਂ ਜੀਵਨ ਪਦਵੀ ਪਾ ਲਈ, ਮਾਲਕ ਸੱਚੇ ਗਿਆਨ ਨਾਲ ਜੁੜ ਕੇ ਪਤਾ ਲੱਗਦਾ ਜੀਵਨ ਕੀ ਹੈ, ਨਹੀਂ ਤਾਂ ਦੁਨੀਆ ਅਨਫੂਕਣ ਨੂੰ ਜੀਵਨ ਸਮਝੀ ਜਾਂਦੀ ਹੈ। ਜ਼ਮੀਰ ਦੀ ਮੌਤ ਮਰੇ, ਲੋਥੀ ਚੱਕੀ ਫਿਰਦੇ ਆਪਣੇ ਆਪ ਦੀ। ਤਾਂ ਜੋ ਜੁੜ ਕੇ ਸੱਚ ਨਾਲ ਆਪ ਮੋਹੇ ਜੀਵਨ ਪਦਵੀ ਪਾਈ। ਚੀਤ ਆਇਓ ਮਨ ਪੁਰਖ ਵਧਾਤਾ, ਪੁਰਖ ਦਾ ਅਰਥ ਹੁੰਦਾ ਸਰਬ ਵਿਆਪਕ, ਵਧਾਤਾ ਦਾ ਅਰਥ ਕੀ ਹੁੰਦਾ? ਜੋ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਮਾਲਕ ਪਰਮਾਤਮਾ, ਉਹ ਸਰਬ ਵਿਆਪਕ ਮਾਲਕ ਚਿੱਤ ਵਿੱਚ ਵਸ ਗਿਆ। ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਨਾਈ ਰਹਾਓ। ਜੋ ਸਤਿਪੁਰਸ਼ਾਂ ਦੀ ਸ਼ਰਨ ਪੈ ਗਏ ਨਾ, ਸ਼ਰਨ ਪੈਣਾ ਕੀ ਹੁੰਦਾ? ਆਪਣੀ ਮਨਮਰਜ਼ੀ ਛੱਡ ਦਿੱਤੀ, ਸਤਿਪੁਰਸ਼ਾਂ ਦੀ ਬਾਣੀ ਦੇ ਮੁਤਾਬਕ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ। ਇਹਨੂੰ ਸੰਤਨ ਕੀ ਸ਼ਰਨਾਈ ਕਹਿੰਦੇ, ਸਤਿਪੁਰਸ਼ਾਂ ਦੀ ਸ਼ਰਨ ਪੈ ਗਏ। ਯਾਦ ਰੱਖਿਓ, ਸ਼ਰਨ ਦਾ ਅਰਥ ਕੀ ਹੁੰਦਾ? ਸਮਰਪਣ, ਸਰੈਂਡਰ। ਮਨਮਰਜ਼ੀ ਛੱਡੀ, ਆਪਣਾ ਆਪ ਗੁਰੂ ਨੂੰ ਸੌਂਪ ਦਿੱਤਾ। ਸੋ ਏਦਾਂ ਅਸੀਂ ਗੁਰੂ ਦੇ ਦਰ ਤੇ ਆਪਣਾ ਆਪ ਸੌਂਪ ਦੇਣਾ, ਸੌਂਪ। ਤੇ ਨਾਲ ਨਾਲ ਜਿਹੜੇ ਜੁੜੇ ਨੇ ਉਹਨਾਂ ਨੇ ਨਾਲ ਨਾਲ ਗੁਰੂ ਘਰ ਦਾ ਚੌਕੀਦਾਰਾ ਵੀ ਕਰਨਾ ਹੈ। ਜਿਵੇਂ ਕੁੱਤਾ ਹੁੰਦਾ ਨਾ, ਮਾਲਕ ਦੇ ਦਰ ਦਾ ਚੌਕੀਦਾਰਾ ਕਰਦਾ ਵੀ ਕਿਸੇ ਪਾਸੋਂ ਚੋਰ ਸਾਨਾ ਨਾ ਲਾਵੇ, ਏਦਾਂ ਹੀ ਗੁਰਸਿੱਖਾਂ ਨੇ ਵੀ ਗੁਰੂ ਦੇ ਦਰ ਦਾ ਚੌਕੀਦਾਰਾ ਕਰਨਾ, ਵੀ ਮਨਮੱਤੀ ਗੁਰੂ ਦੇ ਸਿਧਾਂਤ ਨੂੰ ਸੰਨ ਨਾ ਲਾਉਣ। ਬੋਲੋ ਸਤਿਨਾਮ। ਇਹ ਵੀ ਕਰਨਾ ਫਿਰ ਨਾਲ ਨਾਲ, ਸ਼ਰਨ ਪੈ ਕੇ ਨਾਲ ਇਹ ਵੀ ਕਰਨਾ, ਗੁਰੂ ਦੇ ਸਿਧਾਂਤ ਦੀ ਪਹਿਰੇਦਾਰੀ ਵੀ ਕਰਨੀ ਹੈ। ਲਿਖਿਆ ਬਾਣੀ ਵਿੱਚ ਇਹ ਵੀ ਪੜ੍ਹ ਲਓ। हमको तेरे दरबार, हमको हमको कर तेरे दरबार, हमको कर तेरे दरबार। पाँव के आगे बदन पसार, पाँव के आगे बदन पसार, हमको कर तेरे दरबार, हमको कर तेरी दरबार। पाँव के आगे बदन पसार, पाँव के आगे बदन पसार, हमको कर
ਤਾਂ ਅਸੀਂ ਗੁਰੂ ਦੀ ਸ਼ਰਨ ਪੈਣਾ ਹੈ, ਗੁਰੂ ਦੇ ਸਿਧਾਂਤਾਂ ਨੂੰ ਸਮਝਣਾ ਹੈ, ਸਿਧਾਂਤ ਦੀ ਪਹਿਰੇਦਾਰੀ ਵੀ ਕਰਨੀ ਹੈ। ਜੇ ਕੋਈ ਗੁਰੂ ਦੇ ਦਰ ਨੂੰ ਸੰਨ ਲਾਉਣ ਦੀ ਕੋਸ਼ਿਸ਼ ਕਰਦਾ, ਗੁਰਮਤਿ ਸਿਧਾਂਤ ਨੂੰ ਉਧਰ ਮੂੰਹ ਕਰਕੇ ਭੌਂਕਣਾ ਵੀ ਹੈ। ਕੁੱਤੇ ਦਾ ਕੰਮ ਹੁੰਦਾ ਨਾ, ਜੋ ਚੋਰ ਆਉਂਦੇ ਉਧਰ ਮੂੰਹ ਕਰਕੇ। ਇਸ ਕਰਕੇ ਅਸੀਂ ਵੀ ਜਿਹੜੇ ਪਾਸੇ ਸੰਨ ਲੱਗਣ ਦੀ ਕੋਸ਼ਿਸ਼ ਕਰਦੀ ਆ, ਆਪਾਂ ਵੀ ਭੌਂਕਣ ਲੱਗ ਪਈਦਾ ਉਧਰਲੇ ਪਾਸੇ ਨੂੰ। ਜੇ ਕਿਸੇ ਲੀਡਰਾਂ ਵਾਲੇ ਪਾਸੋਂ ਸੰਨ ਲੱਗਦੀ, ਆਪਾਂ ਉਧਰ ਨੂੰ ਮੂੰਹ ਕਰਕੇ ਭੌਂਕਣ ਲੱਗ ਜਾਈਦਾ। ਜੇ ਕਿਸੇ ਕੱਚੇ ਬਿੱਲੇ ਗੁਰੂਆਂ ਵੱਲੋਂ ਜਾਂ ਕਿਸੇ ਕਿਉਂਕਿ ਗੁਰਸਿੱਖ ਗੁਰੂ ਦੇ ਦਰ ਦਾ ਕੂਤਰ ਹੈ। ਜਿਹੜੇ ਪਾਸੇ ਵੀ ਚੋਰ ਗੁਰੂ ਘਰ ਨੂੰ ਆਉਂਦੇ ਲੱਗਦੇ ਆ, ਉਧਰ ਹੀ ਮੂੰਹ ਕਰਕੇ ਭੌਂਕਣ ਲੱਗ ਜਾਈਦਾ। ਬੋਲੋ ਸਤਿਨਾਮ। ਇੱਕ ਤਾਂ ਮੈਨੂੰ ਕਹਿੰਦਾ ਪੰਥਰੀ ਤਾਂ ਭੌਂਕਦਾ, ਮੈਂ ਕਿਹਾ ਜਮਾਂ ਸੱਚ ਕਿਹਾ ਤੁਸੀਂ। ਆਪਾਂ ਗੁਰੂ ਦੇ ਦਰ ਦੇ ਕੁੱਤੇ ਪਰ ਗਲੀਆਂ ਵਾਲੇ ਕੁੱਤੇ ਨਹੀਂ। ਇਹਨਾਂ ਦਾ ਤਾਂ ਮਾਣ ਹੈ, ਕੁੱਤੇ ਜ਼ਰੂਰ ਹੈ ਪਰ ਗੁਰੂ ਦੇ ਦਰ ਦੇ ਹੈ। ਬੋਲੋ ਸਤਿਨਾਮ। ਹਾਂਜੀ, ਗੁਰੂ ਦਰ ਦਾ ਕੁੱਤਾ ਹੀ ਰੱਖ ਲੈ ਕਿਤੇ ਛੋਟੀ ਗੱਲ ਹੈ ਕਿਤੇ, ਪਰ ਆਵਾਰਾ ਨਹੀਂ, ਗਲੀਆਂ ਵਾਲੇ ਨਹੀਂ, ਗਲੀਆਂ ਨਹੀਂ। ਹਾਂਜੀ, ਇੱਕ ਮਾਲਕ ਦਾ ਕੁੱਤਾ ਹੁੰਦਾ ਹੈ, ਇੱਕ ਕੁੱਤਾ ਮਾਲਕ ਦਾ ਹੁੰਦਾ ਹੈ। ਸੋ ਗੁਰਸਿੱਖ ਤਾਂ ਮਾਲਕ ਦਾ ਕੁੱਤਾ ਹੈ। ਚਲੋ ਰਹੋ ਵਿਚਾਰ। ਏਦਾਂ ਜਦੋਂ ਸ਼ਰਨ ਪਵਾਂਗੇ, ਗੁਰੂ ਦੇ ਬਣ ਜਾਈਏ, ਗੁਰੂ ਦੇ ਦਿੱਤੀ ਗਿਆਨ ਮੁਤਾਬਕ ਜੀਵਨ ਜਿਉਈਏ, ਸਿਧਾਂਤ ਦੀ ਪਹਿਰੇਦਾਰੀ ਵੀ ਕਰੀਏ ਡਟ ਕੇ, ਤਾਂ ਜਾਣੀ ਕਿ ਇਹ ਮਾਲਕ ਪਰਮਾਤਮਾ ਜੋ ਚਿੱਤ ਵਿੱਚ ਵਸ ਜਾਂਦਾ ਹੈ, ਪੁਰਖ ਵਿਧਾਤਾ, ਜਦੋਂ ਅਸੀਂ ਸਤਿਪੁਰਸ਼ਾਂ ਦੀ ਸ਼ਰਨ ਪੈ ਜਾਂਦੇ ਹਾਂ, ਆਪਣੀਆਂ ਮਨਮਰਜ਼ੀਆਂ ਛੱਡ ਦਿੰਦੇ ਹਾਂ, ਗੁਰੂ ਦੇ ਗਿਆਨ ਮੁਤਾਬਕ ਜੀਵਨ ਜਿਉਂਦੇ ਹਾਂ। ਆਪ ਮੋਹਿ ਜੀਵਨ ਪਦ ਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਨਾਈ ਰਹਾਓ। ਅਗਲੀ ਪੰਕਤੀ, ਕਾਮ ਕ੍ਰੋਧ ਲੋਭ ਮੋਹ ਨਿਵਾਰੇ, ਨਿਵਰੇ ਸਗਲ ਬੈਰਾਈ, ਸਾਧ ਹਜੂਰ ਹਾਜ਼ਰ ਹੈ ਨਾਜ਼ਰ, ਕਤਹਿ ਨਾ ਭਇਓ ਦੁਰਾਈ। ਕਾਮ ਕ੍ਰੋਧ ਲੋਭ ਮੋਹ ਨਿਵਾਰੇ। ਉਸ ਮਨੁੱਖ ਨੇ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਦੂਰ ਕਰ ਲਏ, ਭਾਵ ਇਹਨਾਂ ਦਾ ਸ਼ੁੱਧ ਰੂਪ ਹੋ ਗਿਆ। ਕੱਲ ਆਪਾਂ ਸਮਝ ਜ਼ਹਿਰ ਭਾਵ ਇਹਨਾਂ ਦਾ ਦੂਰ ਹੋ ਗਿਆ, ਖਤਮ ਹੋ ਗਿਆ। ਉਹ ਜਿਹੜੇ ਸੱਚੇ ਗਿਆਨ ਨਾਲ ਜੁੜ ਗਏ, ਉਹਨਾਂ ਨੇ ਆਪਣੇ ਅੰਦਰੋਂ ਇਹ ਵਿਕਾਰ ਹੈ ਜਿਹੜੇ ਇਹਨਾਂ ਦਾ ਜ਼ਹਿਰ ਭਾਵ ਦੂਰ ਹੋ ਗਿਆ। ਕਾਮ ਕ੍ਰੋਧ ਲੋਭ ਮੋਹ ਨਿਵਾਰੇ, ਨਿਵਰੇ ਸਗਲ ਬੈਰਾਈ। ਇਹ ਸਾਰੇ ਹੀ ਵੈਰੀ ਹੈ ਜੋ ਇਹ ਦੂਰ ਹੋ ਗਏ, ਇਹਨਾਂ ਦਾ ਬੈਰ ਭਾਵ ਖਤਮ ਹੋ ਗਿਆ। ਨਿਵਰੇ ਸਗਲ ਬੈਰਾਈ। ਹੁਣ ਕੀ ਅਵਸਥਾ ਬਣ ਗਈ? ਸਾਧ ਹਜੂਰ ਹਾਜ਼ਰ ਹੈ ਨਾਜ਼ਰ, ਕਤਹਿ ਨਾ ਭਇਓ ਦੁਰਾਈ। ਜਦੋਂ ਅੰਦਰੋਂ ਬੁਰਾਈਆਂ ਦੂਰ ਹੋ ਗਈਆਂ, ਵਿਰਤੀ ਸ਼ੁੱਧ ਹੋ ਗਈ, ਹੁਣ ਸਾਰਿਆਂ ਨੂੰ ਵੇਖਣ ਵਾਲਾ ਜੋ ਪ੍ਰਮਾਤਮਾ ਹੈ। ਨਾਜ਼ਰ ਦਾ ਅਰਥ ਕੀ ਹੁੰਦਾ? ਜੋ ਸਭ ਨੂੰ ਆਪਣੀ ਨਜ਼ਰ ਦੇ ਵਿੱਚ ਰੱਖਦਾ ਹੈ। ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ। ਨਾਜ਼ਰ ਦਾ ਅਰਥ ਬਾਣੀ ਕੀ ਹੋ ਗਿਆ ਨਾ। ਸੋ ਸਾਧ ਹਜੂਰ ਹਾਜ਼ਰ ਹੈ ਨਾਜ਼ਰ। ਫਿਰ ਇਉਂ ਲੱਗਦਾ ਹੈ ਜੋ ਸਾਰਿਆਂ ਨੂੰ ਵੇਖਣ ਵਾਲਾ ਪ੍ਰਮਾਤਮਾ ਹੈ, ਉਹ ਬਿਲਕੁਲ ਮੇਰੇ ਨੇੜੇ ਹੈ ਤੇ ਹਾਜ਼ਰ ਹੈ। ਹਾਜ਼ਰ ਹੈ, ਹਜੂਰ ਦਾ ਭਾਵ ਬਿਲਕੁਲ ਨੇੜੇ ਹੈ। ਸਾਧ ਹਜੂਰ ਹਾਜ਼ਰ ਹੈ ਨਾਜ਼ਰ, ਕਤਹਿ ਨਾ ਭਇਓ ਦੁਰਾਈ। ਹੁਣ ਕਿਸੇ ਥਾਂ ਵੀ ਪ੍ਰਮਾਤਮਾ ਦੂਰ ਨਹੀਂ ਲੱਗਦਾ। ਕਿਸੇ ਥਾਂ ਦਾ ਭਾਵ ਪਹਿਲਾਂ ਵੀ ਆਪਾਂ ਸਮਝ ਹੀ ਲਿਆ ਵੀ ਜਿੱਥੇ ਵੀ ਵਿਚਰਦੇ ਹਾਂ, ਇਹ ਨਹੀਂ ਵੀ ਹੁਣ ਦੁਕਾਨ ਤੇ ਜਾ ਕੇ ਦੂਰ ਲੱਗਦਾ ਹੈ ਜਾਂ ਮੈਰਿਜ ਪੈਲਸ ਜਾਂ ਦਫ਼ਤਰ 'ਚ ਜਾ ਕੇ। ਬਾਰੀ ਬਾਰੀ ਕਿਉਂ ਕਹਿਣਾ ਪੈਂਦਾ ਹੈ? ਦੁਕਾਨ ਤੇ ਵਿਰਲੇ ਜਿਹੜੇ ਰੱਬ ਨੂੰ ਮੰਨਦੇ ਆ, ਹੈਗੇ ਨੇ ਵਿਰਲੇ। ਦਫ਼ਤਰ ਵਿੱਚ ਕੋਈ ਵਿਰਲਾ ਜਿਹੜਾ ਰੱਬ ਨੂੰ ਮੰਨਦਾ ਹੈ, ਉਹ ਰਿਸ਼ਵਤ ਨਹੀਂ ਲੈ ਸਕਦਾ। ਜਿਹੜਾ ਪ੍ਰਮਾਤਮਾ ਨੂੰ ਮੰਨਦਾ, ਦੁਕਾਨ ਤੇ ਜਾ ਕੇ ਉਹ ਮਿਲਾਵਟਬਾਜ਼ੀ ਨਹੀਂ ਕਰ ਸਕਦਾ, ਠੱਗੀ ਨਹੀਂ ਮਾਰ ਸਕਦਾ। ਜਿਹੜਾ ਰੱਬ ਨੂੰ ਮੰਨਦਾ, ਮੈਰਿਜ ਪੈਲਸ ਵਿੱਚ ਜਾ ਕੇ ਬਦਫੈਲੀਆਂ ਨਹੀਂ ਕਰ ਸਕਦਾ। ਕਿਸੇ ਥਾਂ ਵੀ ਉਹਨੂੰ ਪ੍ਰਮਾਤਮਾ ਦੂਰ ਨਹੀਂ ਲੱਗਦਾ, ਕਿ ਮਾਲਕ ਤਾਂ ਜੋ ਵੀ ਮੈਂ ਕਰ ਰਿਹਾ ਵੇਖ ਰਿਹਾ ਹੈ, ਕਿਉਂਕਿ ਤਾਂ ਹਰ ਵੇਲੇ ਮੇਰੇ ਕੋਲ ਹੈ। ਸਾਜਨੜਾ ਮੇਰਾ ਸਾਜਨੜਾ,
ये दूसरे पद के अर्थ पूरे हो गए। काम क्रोध लोभ मोह निवारे, निवरे सगल बैराई, सद हजूर हाजर है नाजर, कतहे ना भयो दुराई। अगली पंक्ति, सुख सीतल शरधा सा पूरी, होए संत सहाई। जिस वेले सतपुरुष सहाई हो गए, भाव गुरबाणी के ज्ञान नूं सुन के मन लिया, समझ लो सतपुरुष सहाई हो गए। गुरबाणी का सच सतपुरुषों के सहाई होने का भाव है। जदों सच्चे ज्ञान नाल जुड़ गए तो फिर सुख सीतल शरधा सा पूरी, सुख अंदर का आत्म सुख मिल गया। किवें मिलिया? गावीए सुनीए मन रखिए, भाव दुख पर हर सुख आ गया। सुख सीतल, अंदर दी शीतलता, अंदर दी ठंड मिल गई। चंदन चांदना सरद रुत, मूल ना मिटी काम, शीतल थी वै नानका जपंदड़ो हर नाम। परमात्मा का नाम जपदे अंदर ठंडा हो जाए, अंदर नहीं ठंड पैंदी। भावें बाहरी पो माघ दा महीना होवे, भावें कोई मत्थे ते चंदन ला लवे, भावें चंद्रमा दी किरणां च बैठ जावे। चंद्रमा दी किरणां चंदन ते सर्दी दी रुत अंदर ठंड नहीं पा सकदी। अंदर ठंड तां परमात्मा ही पाउंदा है। बोलो सतनाम। चंदन चंद ना सरद रुत, मूल ना मिट ही घाम। अंदर दी तपश तां मिटदी हुई नहीं, घाम दा अंदर दी तपश। शीतल थीवै नानका जपंदड़ो हर नाम। एक थां कि मैनूं मिलिया, इशारा मात्र है, कहंदा जी जदों मैं गुरबाणी राही मालक परमात्मा नूं याद करदा जुड़दा, कहंदे कई कई बारी अंदरों इंज लगदा भी अंदरों जिवें कोई घबराहट जी आई, गरमैश जी आई। मां कोई नहीं आई जाण दे। कहंदे तुसीं तां जी कह के सारता। मैं क्या नहीं, गल तैनूं सही कही नहीं समझ आई, वक्री गल है, थोड़ी को व्याख्या कर देना। व्याख्या मैं क्या, जदों किसी तपी हुई धरती के उत्ते बारिश हुंदी है, एकदम की हुंदा फिर? बस शुरू में इदां ही हुंदा है, जो पहला छड़ाका पैंदा है ना, थोड़ा क गरमैश बाहर निकलती है, घबराहट टुटी। बोलो सतनाम। प्रभ कै सिमरन मन की मल। कईयां नूं भैड़े ख्याल भी आउण लग जांदे आ, वो की है, वो भी कोई गल नहीं, ये दसना पैंदा, मुश्किलां हुंदियां बहुतियां हुंदियां। भैड़े ख्याल अंदरों बाहर नूं जांदे ने, जाई जाणगे। बाहरों आउंदा तां रोक लो, जे अंदरों बाहर नूं जांदे तां जाई जाणगे। अंदरों आउंदा भैड़ा ख्याल आई जांदा, रोकण दी लोड़ नहीं। बड़े गहरियां गल्लां हैं। प्रभ कै सिमरन मन की, पहला सिमरन मन की मैल जानी है। जो कपड़े ते साबण लाई दे की हुंदा है? सौखियां गल्लां समझ आ जांदियां ना इन्हां गल्लां। की हुंदा जी दस्सिओ? भैणां कपड़े धोंदे ने, दस्सिओ कपड़े ते साबण लाई की हुंदा है? मैल बाहर नूं आउंदी है, ते जे कोई तो मैल जी आउण लगी बाहर, भी साबण लाई मैल ही आऊगी बाहर नूं, रोकनी खनूं निकल जांदे। बोलो सतनाम। आऊगी ना, भाव वो तेरे अंदर भैड़े ख्याल सीगे, वो भैड़े काम करने सी। इहनूं बाशनामा दा रेचन कहा जांदा है। रेचन मन दे भैड़े ख्याल, जदों लगी सिमरन दी साबण, मन दे भैड़े ख्याल बाहर निकल गए, इन्ने पाप धोते गए। बोलो सतनाम। ये मन मगर लग के तू भैड़े काम करने सी। बाशनामा दा इहनूं रेचन कहंदे आ। अनभोगियां बाशनामा पईआं तां ते निकल गए ख्याल सारे। चलो इदां रस्ता फिर बाद विच बनदा ना, तां दस्सिआ कि पहिलियां दी विच ही रस लभदे आ। कई मैं देखिआ थोड़ा क समां पैसे भाई साहब जी कई दिन हो गए अभ्यास तां कीता सी, मैनूं कुछ दिसिआ जां नहीं। लै दस दिसिआ जां नहीं कहंदा मैनूं, दो दिन मैं पुछदा फिरदा नहीं। चलो रहो विचार। तां ते नाल नाल गल चल रही सी, सुख सीतल शरधा सा पूरी होए संत सहाय। अंदर दा सुख मिल गया, अंदर शांति पे आ गई, ठंड पै गई, शीतलता आ गई, सारी शरधा पूरी होगी, सारे कारजी रास हो गए। सुख सीतल शरधा सा पूरी कदों होए संत सहाय? जिस वेले सतपुरुष सच्चे ज्ञान के रूप च, बाणी के रूप दे विच सहाई होए संत सहाय। पावन रोक के बोलना थोड़ा। पतत कीए खिन भीतर। पतता नूं, पतत कौन हुंदा है? जिहड़ा असूल तो डिगे हुए हुंदे हैं,
जिवें अखां नाल जिहड़ा बुरा वेखदा है वो दृष्टि वल्लों पतत है, उहदी निगाह डिग्गी हुई है। जिहड़ा कन्नां नाल गंदे गीत सुणदा वो कन्नां वल्लों पतत है, उहदी स्रोत डिग्गी हुई है। जिहड़ा जीव नाल झूठ बोलदा है, माड़े बोल बोलदा है, उहदी जीव पतत हुई है, असूल तो डिग्गी हुई है। जिहड़ा हत्थां नाल बुरे काम करदा है उहदे हत्थ पतत है, डिगे हुए है। जिहड़ा पैरां नाल बुरे पासे जांदा है वो पैरां करके पतत है, घिरिया होया है, बुरे पासे तुरदा है। जिहड़ा मन करके बुरियां विचारां बुरे वो मन करके पतत है, गिरिया। सो पतत दा भाव समझ गए। इदां जिहड़े पतत होए होए है, गिरे होए है, अखां भी माड़ा देखी जांदियां, लच्चर नावल पढ़ी जांदियां, कन्न गंदे गीत सुनी जांदे है, जीव झूठ बोली जांदी है, पैर माड़े पासे तुरे फिरदे, हथ बुरे काम करदे पए है। पर गुरु दा ज्ञान पवित्र कर दिंदा पततां नूं। पावन पतत कीए खिन पीतर। जिहड़े पतत सी वो खिन दे विच ही गुरु ज्ञान ने सतपुरुषां ने पवित्र कर दित्ते। महिमा कथन ना जाई, सो सतपुरुषां दी महिमा बयान नहीं की जा सकती। ते गुरबाणी नाल जुड़ना ही सतपुरुषां नाल जुड़ना, ही भुल ना जाए किते। ये बाणी महापुरख की निज घर वासा हो। जिहड़ा गुरबाणी नाल जुड़ गया बस वो सतगुर नाल जुड़ गया, क्योंकि सतगुर बचन बचन है, सतगुर पादर मुक्त जनाब है। देह नाल जुड़ना गुरु नाल जुड़ना नहीं हुंदा, ज्ञान नाल जुड़ना ही गुरु नाल जुड़ना है। गुरु ज्ञान की मूर्त है, ध्यान ला के सुनते रहिए, मन दे विच उतर जाती है। जो गुरु मन विच उतर गया फिर सो सतगुर प्यारा मेरा नाल है। जिथै किथै मैनों ले छड़ाई, फिर गुर मेरा संग सदा है नाले। गुर मेरा संग सदा है नाले, सदा है नाले। सिमर सिमरते सदा संभाले, सदा संभाले। गुर मेरा संग सदा है पता गुरु कौन है। गुरु तो हर वेले मन दे नाल रहिंदा है, शरीर तो नहीं हर वेले हर दे नाल रह सकदा। फिर समझ आ गई ना। गुर मेरा संग सदा है नाले, सिमर सिमर तिस सदा संभाले। सो सतगुर प्यारा मेरा नाल है, गुरु ज्ञान दी मूर्त है। ध्यान ला के सुनते रहिए, मन विच उतर जाती है। फिर वो बिंब बनता गुरु का मन दे विच, जिहड़ा किसी पेन दे नाल, किसी पेंसिल दे नाल, किसी बुरश दे नाल, किसी रंगां दे नाल कागज ते नहीं उलिख्या जा सकता। गुरु की मूर्त कागज ते नहीं बनती, गुरु की मूर्त तो मन दे विच बनती है। बोलो सतनाम। हाँ जी, वो मन जानदा उस रूप की है, गुरु का नूरी स्वरूप है जिहड़ा। वो कागज ते नहीं बनती, वो कैमरे विच नहीं आउंदी। ये समझो ज्ञान। जिस वेले बाणी का ज्ञान मन च वस गया, बस सतगुर मन च उतर गया, सुख शीतल शरदा सा पूरी, होए संत सहाई, पावन पतत कीए खिन पीतर,
ਮਹਿਮਾ ਕਥਨ ਨਾ ਜਾਈ। ਉਹਨੂੰ ਪਤਾ ਲੱਗਦਾ ਕਿ ਮਹਿਮਾ ਕੀ ਹੈ ਸਤਿਗੁਰੂ ਦੀ। ਸਮੁੰਦ ਬਿਰੋਲ ਸਰੀਰ ਹਮ ਦੇਖਿਆ, ਇੱਕ ਬਸਤ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਚਲੋ ਤਾਂ ਤੇ ਇੰਨੀ ਗੱਲ ਆਪਾਂ ਸਮਝ ਲਈ। ਪਾਵਨ ਪਤਤ ਕੀਏ ਖਿਨ ਭੀਤਰ ਮਹਿਮਾ ਕਥਨ ਨਾ ਜਾਈ। ਸਮਾਪਤੀ ਦੀ ਪੰਕਤੀ ਹੈ, ਨਿਰਭਉ ਭਏ ਸਗਲ ਭੈ ਖੋਈ। ਗੋਬਿੰਦ ਚਰਨ ਓਟਾਈ, ਨਾਨਕ ਜਸ ਗਾਵੈ ਠਾਕੁਰ ਕਾ, ਰੈਣ ਦਿਨ ਸਲਿਵ ਲਾਈ। ਜਿਹੜੇ ਜੁੜ ਗਏ ਸੱਚੇ ਗਿਆਨ ਰਾਹੀਂ ਮਾਲਕ ਪ੍ਰਮਾਤਮਾ ਦੇ ਨਾਲ, ਨਿਰਭਉ ਭਏ ਉਹ ਡਰ ਰਹਿਤ ਹੋ ਗਏ। ਸਗਲ ਭੈ ਖੋਏ ਉਹਨਾਂ ਦੇ ਸਾਰੇ ਭੈ ਨਾਸ਼ ਹੋ ਗਏ। ਨਹੀਂ ਤਾਂ ਬਹੁਤੀ ਦੁਨੀਆ ਡਰ ਡਰ ਹੀ ਮਰਦੀ ਹੈ। ਆਪਾਂ ਬਹੁਤ ਵਾਰ ਗੱਲ ਕੀਤੀ ਹੈ, ਪਹਿਲਾਂ ਵੀ ਹੋ ਗਈ। ਡਰ ਡਰ ਕੀ ਮਰੀ ਜਾਂਦੀ ਹੈ ਦੁਨੀਆ। ਉਹ ਨਜ਼ਰ ਲੱਗੀ ਲੱਗਦੀ ਹੈ, ਉਹ ਰਾਹੂ ਪਿੱਤੂ ਆ ਗਿਆ ਲੱਗਦਾ ਹੈ, ਸਾੜ ਸਤੀ ਆ ਗਈ ਲੱਗਦੀ ਹੈ। ਕਈ ਤਾਂ ਬਿੱਲੀ ਅੱਗੇ ਦੀ ਲੰਘ ਜੇ ਤਾਂ ਡਰ ਜਾਂਦੇ ਆ। ਗੱਡੀ 'ਚ ਬੈਠੀ ਬਿੱਲੀ ਲੰਘੀ ਅੱਗੇ ਦੀ, ਮਾਈਆਂ ਇੱਕਦਮ ਹੀ ਡਰ ਗਈਆਂ। ਡਰਾਈਵਰ ਨੂੰ ਕਹਿੰਦੇ ਵੀ ਭਾਈ ਗੱਡੀ ਬੰਦ ਕਰ ਲਾ। ਉਹ ਕਹਿੰਦਾ ਮਾਈ ਕੀ ਗੱਲ, ਤੈਨੂੰ ਦੱਸਿਆ ਵੀ ਭਾਈ ਬਿੱਲੀ ਰਾਹ ਕੱਟ ਗਈ ਵੇ, ਜੋੜੇ ਝਾੜ ਲਓ ਵੇ, ਪਾਣੀ ਦੀ ਘੁੱਟ ਭਰ ਲਓ ਵੇ, ਕਿਤੇ ਮਾਰੀ ਨਾ ਜਾਈਏ। ਬੋਲੋ ਸਤਨਾਮ। ਹਾਂਜੀ ਡਰ ਦੇਖੋ, ਗਿਆਨ ਹੀ ਨਹੀਂ, ਡਰ ਡਰ ਹੀ ਮਰੀ ਜਾਂਦੀ ਹੈ ਦੁਨੀਆ। ਤੇ ਬਿੱਲੀ ਡਰਾ ਜਾਂਦੀ ਹੈ। ਦੱਸ ਲੈ, ਸ਼ੇਰਾਂ ਦਾ ਸ਼ਿਕਾਰ ਕਰਨ ਵਾਲੇ ਬਿੱਲੀਆਂ ਤੋਂ ਡਰਨ ਲੱਗ ਗਏ। ਹਾਂਜੀ ਆਹ ਹਾਲਤ ਹੋ ਗਈ। ਛਿੱਕ ਵੱਜ ਜੇ ਤਾਂ ਡਰ ਜਾਈਦਾ। ਮੁਸ਼ਕਿਲ ਅੱਜ ਤਾਂ ਕੰਮ ਹੋਣਾ ਮੁਸ਼ਕਿਲ ਹੈ। ਇਹਦਾ ਪਤਾ ਨਹੀਂ ਕਿਹੜੇ ਕਿਹੜੇ ਡਰ ਚੱਕੀ ਫਿਰਦੀ ਹੈ ਦੁਨੀਆ। ਬੜੇ ਡਰ ਨੇ, ਬੜੇ ਤਰ੍ਹਾਂ ਦੇ ਡਰ ਪਏ ਹੋਏ ਆ ਸਾਨੂੰ। ਬਸ ਇਹ ਸਾਰੀ ਡਰ ਖਤਮ ਹੋ ਗਈ ਜੋ ਸੱਚ ਨਾਲ ਜੁੜ ਗਏ। ਰਹਿਸ ਵੀ ਪੜਿਆ ਨਾ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਾਉ ਸਭ ਗਵਾਸੀ। ਸੁਖਮਨੀ ਸੱਚ ਪੜ੍ਹ ਲਓ। ਨਿਰਭਉ ਜਪੈ ਸਗਲ ਭਾਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਡਰ ਡਰ ਕੇ ਕੌਣ ਮਰਦੇ ਆ? ਡਰ ਡਰ ਮਰਤੇ ਜਬ ਜਾਨੀਏ ਦੂਰ, ਡਰ ਚੁੱਕਾ ਦੇਖਿਆ ਭਰਪੂਰ। ਉਹ ਡਰ ਡਰ ਕੇ ਮਰਦੇ ਨੇ ਜਿਹੜੇ ਪਰਮਾਤਮਾ ਨੂੰ ਦੂਰ ਜਾਣਦੇ ਆ। ਐਵੇਂ ਡਰੀ ਜਾਂਦੇ, ਮਰੀ ਜਾਂਦੇ। ਡਾਕਟਰਾਂ ਕੋਲ ਜਾ ਕੇ ਵੀ ਕਹਿੰਦੇ ਆ ਲੋਕ, ਡਾਕਟਰ ਸਾਹਿਬ ਜੀ ਤੜਕੇ ਜਦੋਂ ਜਾਗ ਆਉਂਦੀ ਆ ਨਾ ਜੀ, ਹੌਲ ਜੇ ਪੈਂਦੇ ਆ ਜੀ, ਐਂ ਲੱਗਦਾ ਕਿਤੇ ਹੋ ਹੀ ਨਾ ਜਾਵੇ ਕੁਛ, ਅੱਜ ਜੀਲ ਵੀ ਬੰਬ ਚੱਲਦਾ। ਦੱਸ ਡਰ ਹੈ ਇਹ ਸੱਚ ਜਾਣਾ। ਤੁਸੀਂ ਮਾਨਸ ਕਰੋ। ਬਹੁਤ ਜਾਂਦੇ ਡਰ ਜਾ ਲੱਗੀ ਜਾਂਦਾ ਜੀ, ਡਰ ਜਾ ਲੱਗੀ ਜਾਂਦਾ, ਡਰ ਜੀ ਲੱਗੀ ਜਾਂਦੇ। ਦੱਸੋ ਕਦਾ ਡਰ ਲੱਗਦਾ? ਤਾਂ ਤੇ ਇਹ ਹਾਲਤ ਹੈ। ਪਰ ਜਦੋਂ ਸੱਚ ਦੀ ਖੁਰਾਕ ਮਿਲ ਗਈ ਨਾ, ਮਨ ਮਜ਼ਬੂਤ ਹੋ ਗਿਆ, ਬਸ ਗਏ ਸਾਰੇ ਡਰ। ਇੱਕ ਉਹ ਹੈ ਜਿਹੜਾ ਬਿੱਲੀ ਤੋਂ ਡਰ ਜਾਂਦਾ ਹੈ, ਇੱਕ ਦੂਜਾ ਇਸ਼ਾਰਾ ਦੇ ਨਾਲ ਜੁੜੇ ਹੋਏ ਤਾਂ ਭਾਈ ਮਤੀ ਦਾਸ ਦੇ ਅੱਖਾਂ ਦੇ ਸਾਹਮਣੇ ਆਰਾ ਤਿੱਖਾ ਹੋਈ ਜਾਂਦਾ ਹੈ। ਅੱਖਾਂ ਦੇ ਸਾਹਮਣੇ ਕਰਦੇ ਸੀ ਨਾ ਆਰਾ ਤਿੱਖਾ। ਕਾਤੇ ਵੀ ਕੀ ਹੈ, ਮੌਕੇ ਤੇ ਡੋਲੀ ਜਾਵੇ ਸਿੱਖੀ ਛੱਡ ਦੇ, ਸਾਡੀ ਹੀਨ ਮੰਨੀ ਲਵੇ, ਨੀਤੀ ਸੀ ਨਾ ਉਹਨਾਂ ਦੀ। ਇੱਕ ਹੁਣ ਅੱਖਾਂ ਦੇ ਸਾਹਮਣੇ ਆਰਾ ਤਿੱਖਾ ਹੋਈ ਜਾਂਦਾ ਹੈ। ਤੇ ਦੂਜਾ ਜਲਾਦ ਪਤਾ ਕੀ ਕਹਿੰਦਾ ਆ ਕੇ, ਕਹਿੰਦੇ ਮਤੀ ਦਾਸਾ ਦੇਖ ਲਾ ਵੀ ਆਰਾ ਤਿੱਖਾ ਹੋਈ ਜਾਂਦਾ, ਉਹ ਦੇਖ ਲਾ ਤਾਂ ਅੱਧੇ ਦੰਦੇ ਤਾਂ ਨਿਕਲੇ, ਅੱਧੇ ਕ ਰਹਿ ਗਏ। ਉਹ ਦੇਖ ਲਾ ਤੇ ਤੈਨੂੰ ਚੀਰ ਦੇਣਾ, ਕੋਈ ਖਾਸ਼ ਹੈ ਤਾਂ ਦੱਸ ਦੇ, ਫਿਰ ਆਖਰੀ ਖਾਸ਼ ਦੱਸ ਦੇ, ਕੋਈ ਹੈਗੀ ਹੈ ਤਾਂ ਨਹੀਂ। ਹੁਣ ਜਦੋਂ ਅੱਖਾਂ ਦੇ ਸਾਹਮਣੇ ਆਰਾ ਤਿੱਖਾ ਹੋਈ ਜਾਂਦਾ, ਆਮ ਬੰਦਾ ਹੋਵੇ ਉਹ ਤਾਂ ਦਹਿਲ ਕੀ ਮਰ ਗਈ ਵੀ ਹਾਏ ਚੀਰਨਗੇ। ਲੱਕੜਾਂ ਤਾਂ ਸੁਣਿਆ ਸੀ ਵੀ ਚੀਰਦੇ ਹੁੰਦੇ ਨੇ ਆਰੇ ਨਾਲ, ਹਾਏ ਸਰੀਰ ਨੂੰ ਚੀਰਨਗੇ। ਆਮ ਹੋਵੇ ਕੋਈ ਆਪਣੇ ਵਰਗਾ ਹਾਰਟ ਅਟੈਕ ਹੋ ਕੇ ਮਰ ਜੇ ਜੀ। ਸੱਚ ਜਾਣੋ ਤੁਸੀਂ, ਆਰਾ ਤਿੱਖਾ ਹੋਈ ਨਾ ਸਾਹਮਣੇ। ਹੁਣ ਮਤੀ ਦਾਸ ਜੀ ਨੂੰ ਤਾਂ ਕੋਈ ਘਬਰਾਹਟ ਨਹੀਂ, ਕੋਈ ਘਬਰਾਹਟ ਨਹੀਂ। ਦੇਖੋ ਜੁੜੇ ਕਿੰਨਾ ਅੰਦਰ ਮਜ਼ਬੂਤ ਹੈ, ਕਿੰਨਾ ਆਤਮਕ ਬਲ ਹੈ, ਮਨ ਕਿੰਨਾ ਮਜ਼ਬੂਤ ਹੈ। ਕੋਈ ਡਰ ਨਹੀਂ, ਆ ਰਿਹਾ ਸਾਹਮਣੇ ਤਿੱਖਾ ਹੋਈ ਜਾਂਦਾ। ਜਲਾਦ ਕਹਿੰਦਾ ਵੀ ਮਤੀ ਦਾਸਾ ਦੰਦੇ ਥੋੜੀ ਰਹਿ ਗਏ, ਬਸ ਉਹ ਤੇਰੇ ਸਾਹਮਣੇ ਦੇਖ ਲਾ। ਬਸ ਹੁਣ ਟਕੋਰਾ ਫਿਰੀ ਜਾਂਦਾ ਦੰਦਿਆਂ ਦੇ ਵਿੱਚ, ਕੋਈ ਖਾਸ਼ ਹੈ ਤਾਂ ਦੱਸ ਦੇ ਮਾੜਾ ਜਿਹਾ। ਜੁੜੇ ਹੋਏ ਦਾ ਜੀਵਨ ਤੇ ਖਾਸ਼ ਕੀ ਦੱਸੀ ਸੀ ਪਤਾ? ਇਤਿਹਾਸਕ ਵਚਨ ਵੀ ਪੜ੍ਹਦੇ ਵਾਂ। ਹੁਣ ਇਤਿਹਾਸਕ ਵਚਨ ਆ ਗਿਆ, ਮਤੀ ਦਾਸ ਜੀ ਕਹਿੰਦੇ ਲਾ ਖਾਸ ਸੁਣ ਲਾ। ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ, ਮੁਖ ਗੁਰ ਪਿੰਜਰੇ ਵੱਲ ਹੋਵੇ, ਮੇਰਾ ਮੁਖ ਗੁਰ ਪਿੰਜਰੇ ਵੱਲ ਹੋਈ, ਮੇਰਾ ਮੁਖ ਗੁਰ ਪਿੰਜਰੇ ਵੱਲ ਹੋਈ। ਜਦੋਂ ਚੱਲਿਆ ਸੀਸ ਉੱਤੇ ਆਰਾ, ਮੁਖ ਗੁਰ ਪਿੰਜਰੇ ਵੱਲ ਹੋਵੇ, ਮੁਖ ਗੁਰ ਪਿੰਜਰੇ ਵੱਲ ਹੋਵੇ। ਜਦੋਂ ਚੱਲਿਆ ਸੀਸ ਤੇ ਆਰਾ, ਮੁਖ ਗੁਰ ਪਿੰਜਰੇ
ਗੁਰ ਪਿੰਜਰੇ ਵੱਲ ਹੋਈ, ਮੇਰਾ ਮੁਖ ਗੁਰ ਪਿੰਜਰੇ ਵੱਲ ਹੋਈ। ਇਹ ਹੈ ਜੋੜੇ ਦਾ ਜੀਵਨ। ਸਹਿਜ ਵਿੱਚ ਕਹਿੰਦੇ ਕਿ ਨੌਵੇਂ ਪਾਤਸ਼ਾਹ ਜੀ ਨੂੰ ਉਸ ਵੇਲੇ ਪਿੰਜਰੇ 'ਚ ਕੈਦ ਕੀਤਾ ਹੋਇਆ ਸੀ ਉਹਨਾਂ ਨੇ। ਕਹਿੰਦਾ ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ ਜੋ ਚੱਲਿਆ ਸੀ ਸਤਿਆਰਾ। ਭਾਵ ਜੁੜੇ ਹੋਏ, ਕੋਈ ਘਬਰਾਹਟ ਨਹੀਂ, ਕੁਛ ਨਹੀਂ, ਸਹਿਜ ਦੇ ਵਿੱਚ ਨੇ। ਕਿਉਂਕਿ ਭਾਈ ਮਤੀ ਦਾਸ ਜੀ ਆਰੇ ਥੱਲੇ ਵੀ ਰੂਹਾਨੀ ਗੋਦ ਵਿੱਚ, ਅਸਲ ਦੇ ਵਿੱਚ ਇਹ ਵਿੱਚੋਂ ਸਮਝਣੀ ਪੈਂਦੀ ਹੈ ਗੱਲ। ਰੂਹਾਨੀ ਗੋਦ ਸਮਝ ਗਏ ਨਾ? ਤਾਤੀ ਬਾਉਣਾ ਲੱਗਈ, ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮਕਾਰ ਕੀ ਹੈ? ਰੂਹਾਨੀ ਗੋਦ। ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਭਾਈ। ਇਹ ਅਵਸਥਾ ਦੇ ਮਾਲਕ ਨੇ ਭਾਈ। ਆਰੇ ਥੱਲੇ ਵੀ ਇੱਕ ਮੈਨੂੰ ਨੌਜਵਾਨ ਕਹਿੰਦਾ, ਭਾਈ ਸਾਹਿਬ ਜੀ ਮਤੀ ਦਾਸ ਪ੍ਰਮਾਤਮਾ ਨਾਲ ਜੁੜਿਆ ਹੋਇਆ ਸੀ। ਮੈਂ ਕਿਹਾ ਹਾਂ। ਕਹਿੰਦਾ ਇੱਕ ਗੱਲ ਪੁੱਛ ਲਾਂ? ਮੈਂ ਪੁੱਛ ਲਾ। ਕਹਿੰਦਾ ਗੁੱਸੇ ਤਾਂ ਨਹੀਂ ਹੁੰਦੇ? ਮੈਂ ਗੁੱਸੇ ਕਾਹਤੋਂ ਹੋਵਾਂਗੇ, ਪੁੱਛ ਲਾ। ਕਹਿੰਦਾ ਫਿਰ ਰੱਬ ਨੇ ਕੀ ਸਹਾਇਤਾ ਕੀਤੀ ਮਤੀ ਦਾਸ ਦੀ? ਹੁਣ ਤਾਰੇ ਨਾਲ ਚੀਰਤਾ, ਆਰੇ ਨਾਲ ਚੀਰਤਾ। ਮੈਂ ਕਿਹਾ ਉਹ ਸਹਾਇਤਾ ਇਹਨਾਂ ਅੱਖਾਂ ਨਾਲ ਨਹੀਂ ਦਿਖਦੀ। ਕਹਿੰਦਾ ਚਲੋ ਸਮਝਾ ਦਿਓ। ਮੈਂ ਕਿਹਾ ਆਰੇ ਥੱਲੇ ਵੀ ਪ੍ਰਮਾਤਮਾ ਨੇ ਮਤੀ ਦਾਸ ਨੂੰ ਡੋਲਣ ਨਹੀਂ ਦਿੱਤਾ। ਆਰੇ ਥੱਲੇ ਵੀ ਪ੍ਰਮਾਤਮਾ ਨੇ ਮਤੀ ਦਾਸ ਨੂੰ ਆਪਣੀ ਰੂਹਾਨੀ ਗੋਦ ਵਿੱਚ ਰੱਖਿਆ। ਮਤੀ ਦਾਸ ਸੱਚ ਤੋਂ ਕੁਰਬਾਨ ਹੋ ਗਿਆ ਪਰ ਡੋਲਿਆ ਨਹੀਂ। ਕਹਿੰਦਾ ਹਾਂ ਹੁਣ ਗੱਲ ਸਮਝ ਆ ਗਈ। ਬੋਲੋ ਸਤਿਨਾਮ। ਸਿਆਣਾ ਸੀ ਤੇ ਮੰਨ ਵੀ ਗਿਆ। ਆਰੇ ਥੱਲੇ ਸਰੀਰਕ ਮੌਤ ਦਾ ਕਿਹਾ ਹੈ? ਇਹ ਤਾਂ ਨਾ ਕੁਛ ਜਨਮ ਹੈ ਨਾ ਕੁਛ ਮਰੈ, ਆਪਨ ਚਲਤ ਆਪ ਹੀ ਕਰੇ। ਇਹ ਤਾਂ ਆਵਣ ਜਾਣੇ ਕ ਖੇਲ ਬਣਾਇਆ ਆਗਿਆਕਾਰੀ। ਇਹ ਤਾਂ ਆਪਣੇ ਵਾਸਤੇ ਹੈ, ਜੰਮਣ ਮਰਨਾ ਵੱਡੀ ਗੱਲ ਹੈ। ਜਨਮ ਤੇ ਆਪਾਂ ਵਧਾਈਆਂ ਕੁਛ ਚੱਲਦਾ, ਚੜਾਈ ਕਰਦੇ ਬੜਾ ਕੁਛ ਹੋਏ ਬੂਏ ਨਹੀਂ। ਤਾਂ ਇਸ ਕਰਕੇ ਇਹ ਖੇਡ ਹੈ ਰੂਹਾਨੀ। ਮਤੀ ਦਾਸ ਆਰੇ ਥੱਲੇ ਵੀ ਰੂਹਾਨੀ ਗੋਦ ਚ ਹੈ। ਆਰਾ ਵੀ ਤੱਤੀ ਬਾਣੀ ਲਾ ਸਕਿਆ ਮਤੀ। ਇੱਕ 에ਅਰ ਕੰਡੀਸ਼ਨ ਕਮਰੇ 'ਚ ਬੈਠਾ ਵੀ ਭੱਠੀ ਦੇ ਦਾਣੇ ਵਾਂਗੂ ਮਨ ਭੁੱਜਦਾ ਹੈ। ਇੱਕ ਆਰੇ ਥੱਲੇ ਵੀ ਠੰਡ 'ਚ ਹੈ। ਬੋਲੋ ਸਤਿਨਾਮ। ਇਹ ਤਾਂ ਸਮਝਣ ਦੀ ਗੱਲ ਹੈ ਬਸ। ਲਿਖਿਆ ਨਾ ਤਾਤੀ ਬਾਉਣਾ ਲੱਗੀ, ਪੰਕਤੀ ਪੜ੍ਹ ਲਓ। ਤਾਤੀ ਬਾਉ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ। चौगिर्द हमारे रामकार, दुख लगै ना पाई। चौगिर्द हमारे रामकार, दुख लगै ना पाई। ताती वाहो ना लग गई, पार ब्रह्म शरनाई। ताती वाहो ना लग गई, पार ब्रह्म शरनाई। वाहिगुरु। ਹੁਣ ਆਪਾਂ ਉਦਾਹਰਨਾਂ ਰਾਹੀਂ ਗੱਲ ਸਮਝ ਲਈ ਨਾ ਵੀ ਇੱਕ ਨੂੰ ਆਰਾ ਨਹੀਂ ਡਰਾ ਸਕਿਆ। ਆਰਾ ਜਿਹਨੇ ਚੀਰਨਾ ਸੱਚਮੁੱਚ ਸਰੀਰ ਨੂੰ, ਇੱਕ ਨੂੰ ਬਿੱਲੀ ਡਰਾ ਜਾਂਦੀ ਹੈ, ਇੱਕ ਨੂੰ ਛਿੱਕ ਵੱਜ ਜੇ ਡਰ ਜਾਂਦੇ ਆ, ਇੱਕ ਪਤਾ ਨਹੀਂ ਕਿਹੜੀ ਕਿਹੜੀ ਅਣਹੋਈਆਂ ਚੀਜ਼ ਤੋਂ ਡਰੀ ਜਾਂਦੇ ਨੇ। ਰਾਹੂ ਆ ਗਿਆ, ਕੇਤੂ ਆ ਗਿਆ, ਨਜ਼ਰ ਲੱਗੀ ਲੱਗਦੀ ਹੈ, ਰਾਸ਼ੀ ਵਿਗੜ ਗਈ, ਪਤਾ ਨਹੀਂ ਕਿਹੜੇ ਕਿਹੜੇ ਦੁਨੀਆ ਡਰ ਚੱਕੀ ਫਿਰਦੀ ਹੈ। ਜਦੋਂ ਜੁੜ ਕੇ ਨਿਰਭਉ ਭਏ ਸਗਲ ਭੈ ਹੋਏ। ਤੁਹਾਨੂੰ ਪਤਾ ਫਿਰ ਮਤੀ ਦਾਸ ਦੇ ਸੀਸ ਤੇ ਆਰਾ ਚੱਲਿਆ ਹੈ ਰੂਹਾਨੀ ਗੋਦ ਵਿੱਚ। ਸ਼ਹੀਦੀ ਪਾ ਗਿਆ ਤੇ ਸ਼ਹੀਦੀ ਪਾ ਕੇ ਜ਼ਾਲਮ ਨੂੰ ਕੀ ਕਹਿ ਗਿਆ? ਆਪਣਾ ਜਿਹੜੇ ਜੁੜੇ ਜ਼ਾਲਮ ਡਰਾ ਨਹੀਂ ਸਕਿਆ। ਕੀ ਕਹਿ ਗਿਆ? ਭਾਈ ਮਤੀ ਦਾਸ ਜੀ ਸ਼ਹੀਦੀ ਪਾ ਕੇ ਜ਼ਾਲਮ ਨੂੰ ਕਹਿ ਗਏ ਕੁਝ। ਕੀ ਕਹਿ ਗਏ? ਇਤਿਹਾਸਕ ਵਚਨੇ ਵੀ ਪੜ੍ਹ ਲਓ। ਅਸੀਂ ਛੱਡਣਾ ਨੀ ਸਿੱਖੀ ਵਾਲਾ ਰਾਹ, ਜ਼ਾਲਮਾ ਤੂੰ ਚੀਰੀ ਜਾਮੀ ਓਏ।
ਜਾਮੀ ਓਏ ਅਸੀਂ ਛੱਡਣਾ ਨੀ ਸਿੱਖੀ ਵਾਲਾ ਜਾਲਮਾ ਤੂੰ ਚੀਰੀ ਜਾਵੀਂ ਓਏ ਜਾਲਮਾ ਤੂੰ ਚੀਰੀ ਜਾਵੀਂ ਓਏ ਜਾਲਮਾ ਤੂੰ ਚੀਰੀ ਜਾਮੀ ਓਏ ਜਾਲਮਾ ਤੂੰ ਚੀਰੀ ਜਾਮੀ ਓਏ ਜਾਲਮਾ ਤੂੰ ਚੀਰੀ ਜਾਵੀਂ ਓਏ ਜਾਲਮਾ ਤੂੰ ਚੀਰੀ ਜਾਵੀਂ ਓਏ ਅਸੀਂ ਛੱਡਣਾ ਨੀ ਸਿੱਖੀ ਵਾਲਾ ਰਾਹ ਜਾਲਮਾ ਤੂੰ ਚੀਰੀ ਜਾਮੀ ਓਏ ਜਾਲਮਾ ਤੂੰ ਚੀਰੀ ਜਾਮੀ ਓਏ ਅਸੀਂ ਛੱਡਣਾ ਨੀ ਸਿੱਖੀ ਵਾਲਾ ਜਾਲਮਾ ਤੂੰ ਚੀਰੀ ਜਾਵੀਂ ਓਏ ਜਾਲਮਾ ਤੂੰ ਚੀਰੀ ਜਾਵੀਂ ਓਏ ਵਾਹਿਗੁਰੂ। ਸੋ ਨਿਰਭਉ ਭਏ ਸਗਲ ਭੈ ਖੋਏ, ਉਹਨਾਂ ਦੇ ਸਾਰੇ ਡਰ ਦੂਰ ਹੋ ਕੇ ਉਹਨਾਂ ਨੂੰ ਆਪੇ ਦੀ ਪਛਾਣ ਆ ਗਈ, ਉਹ ਮੌਤ ਤੇ ਵੀ ਜੇਤੂ ਹੋ ਗਏ। ਨਿਰਭਉ ਭਏ ਸਗਲ ਭੈ ਖੋਏ, ਗੋਬਿੰਦ ਚਰਨ ਉਟਾਈ, ਜਿਹੜੇ ਜਿਨ੍ਹਾਂ ਨੇ ਮਾਲਕ ਦੇ ਚਰਨਾਂ ਦੀ ਓਟ ਲੈ ਲਈ, ਗੋਬਿੰਦ ਚਰਨ ਉਟਾਈ। ਨਾਨਕ ਜਸ ਗਾਵੈ ਠਾਕੁਰ ਕਾ ਰਹਿਣ ਦਿਨ ਲਿਵ ਲਾਏ। ਗੁਰੂ ਬਾਬਾ ਜੀ ਆਪਾਂ ਨੂੰ ਸਮਝਾਉਣ ਵਾਸਤੇ ਕਹਿ ਰਹੇ ਹਨ, ਨਾਨਕ ਰਾਤ ਦਿਨ ਲਿਵ ਲਾ ਕੇ ਭਾਵ ਧਿਆਨ ਲਾ ਕੇ ਉਸ ਮਾਲਕ ਪਰਮਾਤਮਾ ਦਾ ਜਸ ਗਾਉਂਦਾ ਹੈ। ਨਾਨਕ ਜਸ ਗਾਵੈ ਠਾਕੁਰ ਕਾ ਰਹਿਣ ਦਿਨਸ ਲਿਵ ਲਾਈ। ਸ਼ਬਦ ਦੀ ਵਿਚਾਰ ਸੰਪੂਰਨ। 6 ਪੌੜੀਆਂ ਆਨੰਦ ਸਾਹਿਬ ਪੜ੍ਹ ਸਮਾਪਤੀ।